ਕਿਵੇਂ ਦੋਸਤੋ, ਕੀ ਹਾਲ ਚਾਲ? ਦੀ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੀ ਪੀਆਰ ਦੀਆਂ ਦੋ ਸਟਰੀਮਾਂ, ਦੋ ਪੀਐਨਪੀ ਦੀ ਸਟਰੀਮਾਂ, ਜਿਨ੍ਹਾਂ ਦੇ ਵਿੱਚ ਤੁਸੀਂ ਪਹਿਲੇ ਪੇ ਚੈੱਕ ਦੇ ਬਿਨਾਂ ਕਿਸੇ ਐਕਸਪੀਰੀਅੰਸ ਤੋਂ ਕੁਆਲੀਫਾਈ ਕਰ ਜਾਂਦੇ ਹੋ। ਇੱਕ ਹੈਗੀ ਮੈਨੀਟੋਬਾ ਦੇ ਵਿੱਚ, ਜਿੱਥੇ ਕਿ ਮੈਨੀਟੋਬਾ ਦੇ ਵਿੱਚ ਜਿਹੜੇ ਗ੍ਰੈਜੂਏਟ ਨੇ ਉਹ ਕੁਆਲੀਫਾਈ ਕਰਦੇ ਨੇ। ਦੂਸਰੇ ਨੰਬਰ 'ਤੇ ਹੈਗੀ ਓਨਟਾਰੀਓ ਵਾਲੀ, ਜਿਹਦੇ ਵਿੱਚ ਸਾਰੇ ਬੰਦੇ, ਹਰ ਪ੍ਰੋਵਿੰਸ ਦਾ ਬੰਦਾ ਗ੍ਰੈਜੂਏਟ ਵਿੱਚ ਕੁਆਲੀਫਾਈ ਕਰ ਜਾਂਦਾ। ਤੁਹਾਨੂੰ ਸਾਰੀਆਂ ਰਿਕੁਆਇਰਮੈਂਟਾਂ ਸਾਰਾ ਕੁਝ ਦੱਸੂਗਾ, ਪਰ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਿੰਦਾ। ਆਹ ਸਟਰੀਮਾਂ ਦੇ ਵਿੱਚ ਜਿੰਨੀ ਪੀਆਰ ਪੀਐਨਪੀ ਸੌਖੀ ਦਿਖਦੀ ਪਈ ਆਪਾਂ ਨੂੰ, ਉਨੀ ਹੀ ਤੁਹਾਡੀ ਮਿਹਨਤ ਜ਼ਿਆਦਾ। ਸੋ ਇਹਦੇ ਵਿੱਚ ਜੇ ਤੁਸੀਂ ਸੋਚ ਰਹੇ ਹੋ ਕਿ ਹਾਂਜੀ ਸਾਨੂੰ ਸੌਖਾ ਕੰਮ ਬਣ ਜੂ, ਨਹੀਂ, ਤੁਹਾਨੂੰ ਇੰਪਲੋਇਰ ਲੱਭਣ ਲਈ ਬਹੁਤ ਮਿਹਨਤ ਮਾਰਨੀ ਪੈਣੀ। ਜੇ ਇੰਪਲੋਇਰ ਲੱਭ ਲੈਂਦੇ ਹੋ ਫਿਰ ਪੀਆਰ ਤੁਹਾਡੀ ਐਂ ਹੋ ਜੂਗੀ, ਸਿੰਪਲ। ਸੋ ਮਿਹਨਤ ਤੁਹਾਡੀ, ਬਾਅਦ 'ਚੋਂ ਪੀਆਰ ਵੀ ਤੁਹਾਡੀ ਹੈ। ਸੋ ਦੇਖ ਲਿਓ, ਜਿਹੜੇ ਵੀ ਕਰਨਾ ਚਾਹੁੰਦੇ ਹੋ ਮੈਂ, ਤੁਸੀਂ ਜ਼ਰੂਰ ਦੇਖੋ। ਜਿਹੜੇ ਈਜ਼ੀ ਆਪਸ਼ਨ ਆਫ ਦੇ ਪੇ, ਯੂ ਕੈਨ ਸਕਿਪ ਦਾ ਵੀਡੀਓ। ਹੁਣ ਗੱਲ ਕਰਾਂਗੇ ਪਹਿਲੇ ਨੰਬਰ 'ਤੇ ਸਾਡੇ ਸੂਬੇ ਮੈਨੀਟੋਬਾ ਦੀ। ਮੈਨੀਟੋਬਾ 'ਚ ਸਟਰੀਮ ਹੈਗੀ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ। ਇਹਦੇ ਵਿੱਚ ਤਿੰਨ ਤਰ੍ਹਾਂ ਦੇ ਕਰੀਅਰ ਪਾਥਵੇ ਆ, ਤਿੰਨ ਪਾਥਵੇ ਆ। ਪਹਿਲਾ ਕਰੀਅਰ ਇੰਪਲੋਇਮੈਂਟ ਪਾਥਵੇ, ਜਿਹਦੀ ਆਪਾਂ ਗੱਲਬਾਤ ਕਰਨੀ ਆ ਪਹਿਲੇ ਪੇਚੈਕ ਵਾਲੀ ਸਟਰੀਮ। ਆਹ ਸਿਰਫ ਉਹਨਾਂ ਲਈ ਹੈ ਜਿਹੜੇ ਲੋਕਾਂ ਨੇ ਮੈਨੀਟੋਬਾ 'ਚ ਪੜ੍ਹਾਈ ਕੀਤੀ ਆ। ਸੋ ਜੇ ਮੈਨੀਟੋਬਾ ਪੜ੍ਹਾਈ ਨਹੀਂ ਕੀਤੀ, ਤੁਸੀਂ ਕੁਆਲੀਫਾਈ ਨਹੀਂ ਕਰੋਗੇ। ਤੁਸੀਂ ਹੋਰ ਪ੍ਰੋਵਿੰਸ ਤੋਂ ਆ ਕੇ ਕਰ ਰਹੇ ਹੋ ਇੱਥੇ, ਤਾਂ ਤੁਸੀਂ ਸਕਿਲਡ ਵਰਕਰ ਨੇ ਮੈਨੀਟੋਬਾ ਟਾਰਗੇਟ ਕਰੋਗੇ, ਜੋ ਪਹਿਲਾਂ ਵੀਡੀਓ ਡਿਸਕਸ ਕੀਤਾ ਹੋਇਆ, ਠੀਕ ਹੈ। ਦੂਸਰੀ ਹੈਗੀ ਗ੍ਰੈਜੂਏਟ ਇੰਟਰਨਸ਼ਿਪ ਪਾਥਵੇ। ਹੁਣ ਇਹਦੇ ਵਿੱਚ ਉਹ ਬੰਦੇ ਕੁਆਲੀਫਾਈ ਕਰਦੇ ਆ ਜਿਹਨੇ ਮਾਸਟਰ ਡਾਕਟਰ ਦੀ ਡਿਗਰੀ ਕੀਤੀ ਹੁੰਦੀ ਆ, ਉਹਨਾਂ ਲਈ ਆ। ਸੋ ਇਹਦੇ 'ਚ ਆਈ ਦੀ ਵੀ ਗੱਲਬਾਤ ਨਹੀਂ ਕਰਾਂਗੇ। ਤੀਸਰੀ ਇਹਦੇ ਵਿੱਚ ਪਾਥਵੇ ਹੈਗਾ ਵਾ ਇੰਟਰਨੈਸ਼ਨਲ ਸਟੂਡੈਂਟ ਐਂਟਰਪ੍ਰੀਨਿਓਰਸ਼ਿਪ ਪਾਇਲਟ। ਹੁਣ ਇਹਦੇ ਵਿੱਚ ਜਿਹੜੇ ਲੋਕਾਂ ਨੇ ਇੱਥੇ ਕੈਨੇਡਾ 'ਚ ਮੈਨੀਟੋਬਾ ਵਿੱਚ ਬਿਜ਼ਨਸ ਕਰਨਾ, ਪੜ੍ਹਾਈ ਕੰਪਲੀਟ ਕਰਕੇ, ਉਹਨਾਂ ਲਈ ਆ। ਸੋ ਆ ਵੀ ਆਪਾਂ ਗੱਲਬਾਤ ਨਹੀਂ ਕਰਾਂਗੇ। ਆਪਾਂ ਗੱਲਬਾਤ ਕਰਾਂਗੇ ਪਹਿਲੇ ਪੇਚੈਕ ਵਾਲੀ ਸਟਰੀਮ, ਮੈਨੀਟੋਬਾ ਵਾਲਿਆਂ ਲਈ ਕਰੀਅਰ ਇੰਪਲੋਇਮੈਂਟ ਪਾਥਵੇ। ਇੱਕ ਮਿੰਟ ਦਾ ਨੋਟੀਫਿਕੇਸ਼ਨ ਬੰਦ ਕਰ ਦਈਏ, ਇਹ ਤਾਂ ਨੋ ਨਹੀਂ ਹੈ। ਓਕੇ, ਸੋ ਕਰੀਅਰ ਇੰਪਲੋਇਮੈਂਟ ਪਾਥਵੇ ਵਿੱਚ ਐਲੀਜੀਬਿਲਿਟੀ ਤੇ ਜਾਵਾਂਗੇ, ਠੀਕ ਹੈ। ਇਹਦੇ ਸਰਕਾਰ ਨੇ ਆਪਾਂ ਨੂੰ ਕੀ ਕਿਹਾ ਕਿ ਯੂ ਮਸਟ ਹੈਵ ਗ੍ਰੈਜੂਏਟਡ ਇਨ ਪਾਸਟ 3 years from a DLI in Manitoba from a full-time program or at least 1 or 2 year length of a 1 or 2 year length। ਸੋ ਇਹਦੇ ਵਿੱਚ ਜਿਸ ਦਿਨ ਤੁਸੀਂ ਫਾਈਲ ਪਾਉਣੀ ਆ, ਉਦੋਂ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਗ੍ਰੈਜੂਏਟ ਹੋਏ ਹੋਣੇ ਚਾਹੀਦੇ ਹੋ ਮੈਨੀਟੋਬਾ ਦੇ ਵਿੱਚ, ਸਰਕਾਰੀ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚੋਂ, ਜਿਹਦੇ ਵਿੱਚ ਤੁਸੀਂ 1 ਸਾਲ ਜਾਂ 2 ਸਾਲ ਦੀ ਪੜ੍ਹਾਈ ਕੀਤੀ ਹੋਵੇ, ਠੀਕ ਹੈ। ਇਹਦੇ ਲਈ ਨਾ ਤੁਹਾਨੂੰ 60 ਪੁਆਇੰਟ ਦਾ ਕ੍ਰਾਈਟੀਰੀਆ ਮੀਟ ਕਰਨਾ ਹੁੰਦਾ। ਤੁਹਾਨੂੰ ਸਾਰਾ ਕੁਝ ਦੱਸਦਾ ਕੀ ਕੁਆਲੀਫਿਕੇਸ਼ਨ ਕੀ ਸੀ ਨਾ ਸਾਰਾ। ਤੁਹਾਨੂੰ ਚਾਹੀਦਾ ਆਈਲੈਟਸ ਦੇ ਵਿੱਚ CLB 7, ਭਾਵੇਂ ਫਰੈਂਚ 'ਚ ਲੈ ਲਓ, ਭਾਵੇਂ ਆਈਲੈਟਸ 'ਚ ਲੈ ਲਓ, ਇੰਗਲਿਸ਼ 'ਚ ਲੈ ਲਓ, ਫਰੈਂਚ 'ਚ ਲੈ ਲਓ, CLB 7, ਜਿਹਨੂੰ 6 ਚ ਕਹਿ ਦਿੰਦੇ ਆ, ਠੀਕ ਹੈ। ਤੀਸਰੇ ਨੰਬਰ ਦੇ ਉੱਤੇ ਤੁਹਾਨੂੰ ਚਾਹੀਦਾ ਕਰੰਟ ਇੰਪਲੋਇਮੈਂਟ ਇਨ ਮੈਨੀਟੋਬਾ। ਸੋ ਇਹਦੇ ਵਿੱਚ ਮੇਨ ਰਿਕੁਆਇਰਮੈਂਟ ਆ ਜਾਂਦੀ ਆ ਤੁਹਾਡੀ ਜੌਬ ਆਫਰ ਦੀ, ਕਿਉਂਕਿ ਜੌਬ ਆਫਰ ਬੇਸਡ ਸਟਰੀਮ ਆ। ਯੂ ਮਸਟ ਹੈਵ ਏ ਫੁੱਲ ਟਾਈਮ ਜੌਬ ਆਫਰ ਫਰੋਮ ਏ ਐਲੀਜੀਬਲ ਮੈਨੀਟੋਬਾ ਇੰਪਲੋਇਰ। ਸੋ ਮੈਨੀਟੋਬਾ ਦੇ ਐਲੀਜੀਬਲ ਇੰਪਲੋਇਰ ਦੇ ਕੋਲੋਂ ਤੁਹਾਡੇ ਕੋਲ ਮਿਨੀਮਮ 1 ਸਾਲ ਦੇ ਕੰਟਰੈਕਟ ਵਾਲਾ ਜੌਬ ਆਫਰ ਹੋਣਾ ਚਾਹੀਦਾ। ਐਕਸਪੀਰੀਅੰਸ ਨਹੀਂ, ਜੌਬ ਆਫਰ, ਕਿ ਹਾਂਜੀ ਆ ਬੰਦੇ ਨੂੰ ਮੈਂ ਹਾਇਰ ਕਰਨਾ ਚਾਹੁੰਦਾ 1 ਸਾਲ ਲਈ। in an occupation in Manitoba the in demand list that is consistent with your completed program of studies। so ਸਭ ਤੋਂ ਮੇਨ ਰਿਕੁਆਇਰਮੈਂਟ ਹੀ ਆਹ ਵਾ ਇਹਦੀ, ਜਿਹੜੀ ਤੁਹਾਡੀ ਜੌਬ ਪੋਜੀਸ਼ਨ, ਜਿਹੜੀ ਤੁਸੀਂ ਪੜ੍ਹਾਈ ਕੀਤੀ ਨਾ ਮੈਨੀਟੋਬਾ ਦੇ ਵਿੱਚ, ਉਹਦੇ ਨਾਲ ਰਲਮੀ ਮਿਲਮੀ ਤੁਹਾਡੇ ਕੋਲ ਜੌਬ ਹੋਵੇ ਇਨ ਡਿਮਾਂਡ ਆਕੂਪੇਸ਼ਨ ਲਿਸਟ ਦੇ ਵਿੱਚ। ਹੁਣ ਇਨ ਡਿਮਾਂਡ ਆਕੂਪੇਸ਼ਨ ਲਿਸਟ ਆ ਰਹੀ, ਤੁਹਾਨੂੰ ਇਹਦੇ ਲਿੰਕ ਸਾਰੇ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ, ਜਾਂ ਤੁਸੀਂ ਗੂਗਲ ਕਰ ਲਿਓ ਮੈਨੀਟੋਬਾ ਇਨ ਡਿਮਾਂਡ ਆਕੂਪੇਸ਼ਨ ਲਿਸਟ, ਠੀਕ ਹੈ। ਹੁਣ ਆ ਇਨ ਡਿਮਾਂਡ ਆਕੂਪੇਸ਼ਨ ਲਿਸਟ 'ਚ ਮੰਨ ਲਓ ਤੁਸੀਂ ਬਿਜ਼ਨਸ ਦੀ ਪੜ੍ਹਾਈ ਕੀਤੀ ਆ, ਤੁਹਾਡਾ ਜੌਬ ਕੋਡ, ਜੌਬ ਟਾਈਟਲ ਇਹਦੇ ਵਿੱਚ ਹੋਣਾ ਚਾਹੀਦਾ ਇੱਕ, ਠੀਕ ਹੈ। ਜਿਹੜੇ ਵੀ ਲੋਕਾਂ ਨੇ ਪੜ੍ਹਾਈ ਕੀਤੀ ਆ ਨੈਚੁਰਲ ਅਪਲਾਈਡ ਸਾਇੰਸ ਦੀ, ਉਹਨਾਂ ਦੇ ਇਹਨਾਂ ਦੇ ਵਿੱਚੋਂ, ਜਿਹੜੇ ਲੋਕਾਂ ਨੇ ਹੈਲਥ ਕੇਅਰ ਦੀ ਪੜ੍ਹਾਈ ਕੀਤੀ ਆ ਉਹਨਾਂ ਸਾਰਿਆਂ ਦੇ ਇਹਦੇ ਵਿੱਚੋਂ। ਸੋ ਇਹਦੇ ਵਿੱਚ PSW ਸਾਰੇ ਕੁਆਲੀਫਾਈ ਕਰਦੇ ਆ, ਫਾਰਮੇਸੀ ਟੈਕਨੀਸ਼ੀਅਨ ਤੱਕ ਕੁਆਲੀਫਾਈ ਕਰਦੇ ਆ। ਸੋ ਟੈਨਸ਼ਨ ਲੈਣ ਦੀ ਲੋੜ ਨਹੀਂ, ਬਟ ਜਿਹੜੀ ਪੜ੍ਹਾਈ ਕੀਤੀ ਆ ਉਸੇ ਫੀਲਡ ਦੀ ਜੌਬ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਜਿਹੜੀ ਇਸ ਲਿਸਟ ਦੇ ਵਿੱਚ ਹੋਵੇ, ਠੀਕ ਹੈ। ਸੋ ਤੁਹਾਡਾ ਜਿਹੜਾ ਜੌਬ ਟਾਈਟਲ ਹੈਗਾ, ਜਿਹੜੇ ਇੱਥੇ ਨੇ 9 ਕਰੋੜ ਜੌਬ ਟਾਈਟਲ ਮੈਂਸ਼ਨ ਕੀਤੇ ਆ, ਉਹਨਾਂ ਦੇ ਵਿੱਚ ਹੋਣਾ ਚਾਹੀਦਾ। ਸੇਲਸ ਵਾਲੀ ਆ, ਸੇਲਸ ਦੇ ਵਿੱਚ ਵੀ ਤੁਹਾਨੂੰ ਟੀਅਰ 0 2 3 4 ਆਹ ਸਾਰੇ ਲਿਖੇ ਹੋਈਆਂ, ਇਹਨਾਂ ਦੇ ਵਿੱਚ ਤੁਹਾਡੇ ਕੋਲ ਜੌਬ ਟਾਈਟਲ ਹੋਣਾ ਚਾਹੀਦਾ, ਫਿਰ ਤੁਸੀਂ ਕੁਆਲੀਫਾਈ ਕਰੋਗੇ। ਟ੍ਰੇਡ ਦੇ ਵਿੱਚ ਆਹ ਸਾਰੀਆਂ ਆ ਗਈਆਂ, ਉਹਦੇ ਬਾਅਦ 'ਚ ਨੈਚੁਰਲ ਰਿਸੋਰਸ ਦੇ ਵਿੱਚ ਆ ਗਈ, ਉਹਦੇ ਬਾਅਦ 'ਚ ਫਿਰ ਆਕੂਪੇਸ਼ਨ ਇਨ ਮੈਨੂਫੈਕਚਰਿੰਗ 'ਚ ਆ ਗਈਆਂ, ਠੀਕ ਹੈ। ਅਤੇ ਰੂਰਲ ਇਨ ਡਿਮਾਂਡ ਉਹ ਅਲੱਗ ਆ, ਰੂਰਲ ਇਨ ਡਿਮਾਂਡ ਦੇ ਵਿੱਚ PSW ਆ ਗਏ, ਅਤੇ ਬੁੱਚਰ ਅਤੇ ਮੀਟ ਕਟਰ ਆ ਗਏ, ਠੀਕ ਹੈ। ਸੋ ਇਹਨਾਂ ਸਾਰਿਆਂ ਦੇ ਵਿੱਚ ਤੁਹਾਡੇ ਕੋਲ ਜੌਬ ਹੋਣੀ ਚਾਹੀਦੀ ਹੈ, ਜਿਹੜੀ ਤੁਹਾਡੀ ਪੜ੍ਹਾਈ ਕੈਨੇਡਾ 'ਚ ਕੀਤੀ ਹੈ, ਮੈਨੀਟੋਬਾ 'ਚ ਕੀਤੀ ਹੈ, ਉਹਦੇ ਨਾਲ ਮੇਲ ਖਾਂਦੀ ਤੁਹਾਡੀ ਪੜ੍ਹਾਈ ਹੋਵੇ, ਫਿਰ ਤੁਸੀਂ ਕੁਆਲੀਫਾਈ ਕਰੋਗੇ ਮੈਨੀਟੋਬਾ ਦੇ ਐਲੀਜੀਬਲ ਇੰਪਲੋਇਰ ਤੋਂ ਜੌਬ ਆਫਰ 1 ਸਾਲ ਦਾ ਲੈ ਕੇ, ਠੀਕ ਹੈ। ਨੈਕਸਟ ਆ ਗਿਆ, ਯੂ ਮਸਟ ਬੀ ਵਰਕਿੰਗ ਫੁੱਲ ਟਾਈਮ ਵਿਦ ਵੈਲਿਡ ਵਰਕ ਪਰਮਿਟ। ਤੁਹਾਡਾ ਵਰਕ ਪਰਮਿਟ ਹੋਣਾ ਚਾਹੀਦਾ। ਜੇ ਤੁਸੀਂ ਅਪਲਾਈਡ ਸਟੇਟ ਤੋਂ ਸਟਿਲ ਤੁਸੀਂ ਕੁਆਲੀਫਾਈ ਕਰਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਐਜ਼ ਲੌਂਗ ਤੁਸੀਂ ਮੈਨੀਟੋਬਾ 'ਚ ਪੜ੍ਹਾਈ ਕੀਤੀ ਹੈ, PWP ਅਪਲਾਈ ਕੀਤਾ, ਤੁਹਾਨੂੰ ਜੌਬ ਆਫਰ ਮਿਲ ਗਿਆ, ਯੂ ਕੈਨ ਅਪਲਾਈ, ਕੋਈ ਦਿੱਕਤ ਨਹੀਂ, ਠੀਕ ਹੈ। ਨੋਟ, the MPNP may impose program or occupation specific limits. Manitoba degree program graduates qualify provided that they have a job offer in tier 0 1 to 3 NOC OAB in demand list। okay, ਸੈਟਲਮੈਂਟ ਫੰਡਸ ਦੀ ਰਿਕੁਆਇਰਮੈਂਟ ਤੁਹਾਨੂੰ ਤਾਂ ਹੀ ਆ, ਮਤਲਬ ਕਿ $10,000 ਤੁਸੀਂ ਦਿਖਾ ਸਕਦੇ ਹੋ,
ਜੇ ਤੁਹਾਡੇ ਕੋਲ ਜੋਬ ਨਹੀਂ ਸਟਾਰਟ ਹੋਈ, ਸੋ ਜੇ ਤੁਹਾਡੀ ਜੋਬ ਸਟਾਰਟ ਹੋ ਚੁੱਕੀ ਆ, ਫਿਰ ਤੁਹਾਡਾ ਯੂ ਮਸਟ ਬੀ, ਇਹਨਾਂ ਨੇ ਕਿਹਾ ਨਾ, ਔਰ ਯੂ ਮਸਟ ਬੀ ਫੁੱਲ ਟਾਈਮ ਐਮਪਲੋਇਡ ਇਨ ਅ ਲੌਂਗ ਟਰਮ ਪੋਜੀਸ਼ਨ। ਤੁਹਾਡੇ ਕੋਲ ਲੌਂਗ ਟਰਮ ਪੋਜੀਸ਼ਨ ਹੈਗੀ ਜਿਹੜੀ ਆਪਾਂ ਤੇ ਸ਼ੋਅ ਕਰਦੇ ਪਏ 1 ਸਾਲ ਦੀ ਕੰਟਰੈਕਟ ਵਾਲੀ ਆ, ਲੌਂਗ ਟਰਮ ਹੀ ਆ, ਇਹਦੇ ਵਿੱਚ ਤੁਸੀਂ ਕੰਮ ਕਰਦੇ ਪਏ ਹੋ, ਤਾਂ ਤੁਹਾਨੂੰ ਇਹਦੀ $10,000 ਦਿਖਾਉਣ ਦੀ ਲੋੜ ਨਹੀਂ ਹੈਗੀ। ਅਡੈਪਟੇਬਿਲਿਟੀ ਦੇ ਵਿੱਚ ਤੁਸੀਂ ਮੈਨੀਟੋਬਾ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਐਪਲੀਕੇਸ਼ਨ ਵੇਲੇ। ਓਬਵੀਅਸਲੀ ਜੇ ਮੈਨੀਟੋਬਾ 'ਚ ਪੜ੍ਹਾਈ ਕੀਤੀ ਹੈ, ਮੈਨੀਟੋਬਾ ਹੀ ਰਹਿ ਰਹੇ ਹੋ ਤੁਸੀਂ, ਮੈਨੀਟੋਬਾ ਗ੍ਰੈਜੂਏਟ ਬੱਚਾ ਮੂਵ ਨਹੀਂ ਕਰਦਾ ਇੱਥੋਂ। ਯੂ ਮਸਟ ਸ਼ੋ ਯੂਰ ਇੰਟੈਂਟ ਟੂ ਕੰਟੀਨਿਊ ਟੂ ਰਿਜ਼ਾਈਡ ਇਨ ਮੈਨੀਟੋਬਾ ਆਫਟਰ ਨੋਮੀਨੇਸ਼ਨ। ਸੋ ਇੱਥੇ ਬੇਸਿਕਲੀ ਆਪਾਂ ਦਿਖਾਉਣਾ ਵਾ ਕਿ ਹਾਂਜੀ ਮੈਂ ਮੈਨੀਟੋਬਾ ਦੇ ਵਿੱਚ ਹੀ ਵਸੂੰਗਾ ਆਪਣੀ ਨੋਮੀਨੇਸ਼ਨ ਤੋਂ ਬਾਅਦ ਵੀ, ਤਾਂ ਹੀ ਆਪਾਂ ਨੂੰ ਪ੍ਰੋਵਿੰਸ ਨੋਮੀਨੇਟ ਕਰਦੀ ਹੈ, ਕੁਝ ਆਪਣਾ ਪਰਪਸ ਹੁੰਦਾ ਕਿ ਮੈਂ ਤੁਹਾਡੀ ਪ੍ਰੋਵਿੰਸ ਦੇ ਵਿੱਚ ਹੀ ਵਸਣਾ ਚਾਹੁੰਦਾ, ਸਿੰਪਲ, ਠੀਕ ਹੈ। ਹੁਣ ਆਹ ਸਾਰੀਆਂ ਰਿਕੁਆਇਰਮੈਂਟਾਂ ਮੀਟ ਕਰਕੇ ਆਪਾਂ ਇੱਕ 60 ਪੁਆਇੰਟ ਦਾ ਕ੍ਰਾਈਟੀਰੀਆ ਮੀਟ ਕਰਨਾ। ਹੁਣ ਤੁਹਾਨੂੰ ਦਿਖਾਉਣਾ ਆ ਰਿਹਾ। ਸੋ 60 ਪੁਆਇੰਟ ਦਾ ਕ੍ਰਾਈਟੀਰੀਆ ਮੀਟ ਕਿਵੇਂ ਹੋਊਗਾ? ਆਹ ਹੈਗਾ 100 ਪੁਆਇੰਟ ਦਾ ਕ੍ਰਾਈਟੀਰੀਆ, ਜਿਹਦੇ ਵਿੱਚ ਤੁਹਾਨੂੰ ਲੈਂਗੁਏਜ ਦੇ ਮੈਕਸਿਮਮ 25 ਪੁਆਇੰਟ ਮਿਲ ਸਕਦੇ, ਏਜ ਦੇ 10 ਪੁਆਇੰਟ ਮਿਲ ਸਕਦੇ, ਵਰਕ ਐਕਸਪੀਰੀਅੰਸ ਦੇ 15 ਪੁਆਇੰਟ ਮਿਲ ਸਕਦੇ, ਐਜੂਕੇਸ਼ਨ ਦੇ 25 ਪੁਆਇੰਟ ਮਿਲ ਸਕਦੇ, ਅਤੇ ਅਡੈਪਟੇਬਿਲਿਟੀ ਦੇ 25 ਪੁਆਇੰਟ ਮਿਲ ਸਕਦੇ। ਸੋ ਆਪਾਂ ਦੇਖ ਲਈਏ ਆਪਣੀ ਲੈਂਗੁਏਜ, ਜੇ ਮੰਨ ਲਓ ਤੁਸੀਂ ਫਸਟ ਲੈਂਗੁਏਜ ਇੰਗਲਿਸ਼ ਲਾ ਲਓ, ਫਰੈਂਚ ਲਾ ਲਓ, ਜਿਹੜੀ ਵੀ ਤੁਸੀਂ ਜੇ ਦੋਨੋਂ ਕਰਦੇ ਹੋ, ਤਾਂ ਜੇ ਮੰਨ ਲਓ ਇਕੱਲੀ ਤੁਹਾਡੇ ਕੋਲ ਇੰਗਲਿਸ਼ ਹੈਗੀ ਆ, ਤੁਹਾਡੇ ਕੋਲ 6 ਚ ਆ ਗਈ ਜਨਰਲ ਦੇ ਪੇਪਰ ਦੇ ਵਿੱਚ, ਤੁਸੀਂ ਉਹੀ ਪੇਪਰ ਯੂਜ਼ ਕਰ ਲਿਆ ਆਪਣਾ PGWP ਲਈ, ਉਹੀ ਪੇਪਰ ਇੱਥੇ ਯੂਜ਼ ਕਰ ਸਕਦੇ ਹੋ। ਆਹ ਸਭ ਤੋਂ ਬੈਸਟ ਫਾਇਦਾ ਆਈਲੈਟਸ ਦੇ ਪੇਪਰ ਦਾ, 2 ਸਾਲ ਲਈ ਵੈਲਿਡ ਆ, ਤੁਸੀਂ ਹੁਣ ਜਿਹੜੇ ਮਰਜ਼ੀ PNP ਦੇ ਪ੍ਰੋਗਰਾਮ ਲਈ, PR ਲਈ ਯੂਜ਼ ਕਰ ਸਕਦੇ ਹੋ। ਸੋ ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਮਿਹਨਤ ਕਰਕੇ ਪੇਪਰ ਦਿਓ, ਤਾਂ ਕਿ ਤੁਹਾਨੂੰ ਦੁਬਾਰਾ ਪੇਪਰ 'ਚ ਬੈਠਣਾ ਨਾ ਪਵੇ। ਤੁਸੀਂ CLB 7 ਲੈ ਲੈਂਦੇ ਹੋ, 6 ਚ ਬੈਂਡ, ਤੁਹਾਡੇ 18 ਪੁਆਇੰਟ ਬਣ ਗਏ, ਠੀਕ ਹੈ। CLB 8 ਲੈ ਲਓਗੇ, ਤੁਹਾਡੇ 20 ਪੁਆਇੰਟ ਬਣ ਗਏ। ਜੇ ਮੰਨ ਲਓ ਤੁਸੀਂ ਇਕੱਲੀ ਫਰੈਂਚ ਦੇ ਵਿੱਚ CLB 5 ਜਾਂ ਵੱਧ ਲੈ ਲੈਂਦੇ ਹੋ, ਤੁਹਾਨੂੰ 5 ਪੁਆਇੰਟ ਉਹਦੇ ਐਕਸਟਰਾ ਮਿਲ ਜਾਂਦੇ ਆ। ਸੋ ਫਰੈਂਚ ਵਾਲੇ ਲਈ ਆ, ਜਾਂ ਫਿਰ ਜਿਹੜੀ ਫਸਟ ਸੈਕੰਡ ਲੈਂਗੁਏਜ ਦਾ ਸੀਨ ਹੈ ਇਹਦੇ ਵਿੱਚ, ਸੋ ਫਸਟ ਤੁਸੀਂ ਜਿਹੜੀ ਮਰਜ਼ੀ ਇੰਗਲਿਸ਼ ਜਾਂ ਫਰੈਂਚ ਕੰਸੀਡਰ ਕਰ ਸਕਦੇ ਹੋ, ਜੇ ਤੁਹਾਡੇ ਵੱਧ ਬੈਂਡ ਆ, ਅਤੇ ਸੈਕੰਡ ਤੁਸੀਂ ਦੂਸਰੀ ਕੰਸੀਡਰ ਕਰ ਸਕਦੇ ਹੋ, ਠੀਕ ਹੈ। ਮੈਕਸਿਮਮ 25 ਪੁਆਇੰਟ ਲੈ ਸਕਦੇ ਹੋ। ਏਜ ਦੇ ਤੁਹਾਨੂੰ ਮਿਲਣਗੇ 18, 19, 20, ਤੁਹਾਡੀ ਏਜ ਦੇ ਹਿਸਾਬ ਨਾਲ ਮੈਕਸਿਮਮ ਪੁਆਇੰਟ 10 ਆ। ਸੋ 21 ਤੋਂ 45 ਵਾਲੇ ਲਈ ਓਬਵੀਅਸਲੀ ਆਪਾਂ ਸਾਰੇ ਮੋਸਟਲੀ 21 ਤੋਂ 45 ਚ ਫਾਲ ਕਰਦੇ, ਜਦੋਂ ਤੱਕ PGWP ਆਪਾਂ ਅਪਲਾਈ ਕਰਦੇ ਹਾਂ, ਠੀਕ ਹੈ। 10 ਪੁਆਇੰਟ ਆ ਮਿਲ ਗਏ ਤੁਹਾਨੂੰ। ਉਹਦੇ ਵਿੱਚ ਵਰਕ ਐਕਸਪੀਰੀਅੰਸ 'ਤੇ ਜੇ ਤੁਹਾਡੇ ਕੋਲ ਕੋਈ ਵੀ ਵਰਕ ਐਕਸਪੀਰੀਅੰਸ ਨਹੀਂ ਹੈਗਾ, ਤੁਹਾਡੇ 0 ਪੁਆਇੰਟ ਮਿਲਣਗੇ। ਪਰ ਜੇ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈਗਾ 1 ਸਾਲ ਦਾ, 2 ਸਾਲ ਦਾ, ਤੁਹਾਨੂੰ ਸਾਨੂੰ ਪੁਆਇੰਟ ਮਿਲ ਜਾਣਗੇ, ਅਤੇ ਮੈਕਸਿਮਮ 15 ਪੁਆਇੰਟ ਆ। ਉਸ ਤੋਂ ਬਾਅਦ ਤੁਸੀਂ ਮਾਸਟਰ ਜਾਂ ਡਾਕਟਰੇਟ ਦੀ ਪੜ੍ਹਾਈ ਕੀਤੀ ਆ, ਤੁਹਾਨੂੰ 25 ਪੁਆਇੰਟ। 2 ਪੋਸਟ ਸੈਕੰਡਰੀ ਪ੍ਰੋਗਰਾਮ ਕੀਤੇ ਆ ਆਫ ਐਟਲੀਸਟ 1 ਈਅਰ ਈਚ, 2 ਈਅਰਸ ਈਚ, 2 ਸਾਲਾਂ ਦੇ 2 ਪ੍ਰੋਗਰਾਮ ਕੀਤੇ ਆ, ਤਾਂ ਤੁਹਾਨੂੰ 23 ਪੁਆਇੰਟ ਮਿਲਣਗੇ। 1 ਪੋਸਟ ਸੈਕੰਡਰੀ ਪ੍ਰੋਗਰਾਮ ਆਫ 2 ਈਅਰਸ, ਸੋ ਇੱਕ ਪ੍ਰੋਗਰਾਮ ਕੀਤਾ ਪੋਸਟ ਸੈਕੰਡਰੀ ਸੀ, ਤਾਂ 20 ਪੁਆਇੰਟ। ਇੱਕ ਪ੍ਰੋਗਰਾਮ ਕੀਤਾ 1 ਸਾਲ ਦਾ, ਤਾਂ 14 ਪੁਆਇੰਟ। ਟ੍ਰੇਡ ਦਾ ਸਰਟੀਫਿਕੇਸ਼ਨ ਹੈਗਾ ਤੁਹਾਡੇ ਕੋਲ, ਤਾਂ 14 ਪੁਆਇੰਟ। ਅਤੇ ਕੋਈ ਵੀ ਤੁਹਾਡੇ ਕੋਲ ਐਜੂਕੇਸ਼ਨ ਨਹੀਂ ਹੈਗੀ ਤਾਂ 0 ਪੁਆਇੰਟ, ਠੀਕ ਹੈ। ਤੁਹਾਨੂੰ ਐਜੂਕੇਸ਼ਨ ਦੇ ਪੁਆਇੰਟ ਹੋ ਗਿਆ। ਉਹਦੇ ਵਿੱਚ ਅਡੈਪਟੇਬਿਲਿਟੀ ਦੇ ਵਿੱਚ ਤੁਸੀਂ 25 ਪੁਆਇੰਟ ਖਿੱਚ ਸਕਦੇ ਹੋ। ਕਿਵੇਂ? ਜੇ ਤੁਹਾਡਾ ਕੋਈ ਕਲੋਜ਼ ਰਿਸ਼ਤੇਦਾਰ ਹੈਗਾ, ਬਲੱਡ ਰਿਸ਼ਤੇਦਾਰ, ਤਾਂ ਤੁਹਾਨੂੰ ਉਹਦੇ 20 ਪੁਆਇੰਟ। ਉਦੋਂ ਬਾਅਦ 'ਚ ਜੇ ਅਸੀਂ ਸਟ੍ਰੈਟੇਜਿਕ ਰਿਕਰੂਟਮੈਂਟ ਇਨੀਸ਼ੀਏਟਿਵ ਦੇ ਅੰਡਰ ਆ ਜਾਂਦੇ ਮੈਨੀਟੋਬਾ ਦੇ, ਤਾਂ 20 ਪੁਆਇੰਟ ਉਹਦੇ। ਪਰ ਇਹਦੇ ਲਈ ਤੁਹਾਨੂੰ ਰੂਰਲ ਏਰੀਆ ਜਾਂ ਫਿਰ ਹੋਰ ਆਕੂਪੇਸ਼ਨ ਕੁਆਲੀਫਾਈ ਕਰਨਾ ਪੈਂਦਾ। ਪ੍ਰੀਵੀਅਸ ਵਰਕ ਐਕਸਪੀਰੀਅੰਸ ਇਨ ਮੈਨੀਟੋਬਾ, ਸੋ ਤੁਹਾਡੇ ਕੋਲ ਪੁਰਾਣਾ 6 ਮਹੀਨੇ ਦਾ ਫੁੱਲ ਟਾਈਮ ਐਕਸਪੀਰੀਅੰਸ ਹੈਗਾ, 12 ਪੁਆਇੰਟ ਉਹਦੇ ਮਿਲ ਜਾਂਦੇ ਆ। ਕੰਪਲੀਟਡ ਪੋਸਟ ਸੈਕੰਡਰੀ ਪ੍ਰੋਗਰਾਮ ਆਫ 2 ਈਅਰਸ ਇਨ ਮੈਨੀਟੋਬਾ, ਸੋ ਜੇ ਤੁਸੀਂ 2 ਸਾਲਾਂ ਦਾ ਪੋਸਟ ਸੈਕੰਡਰੀ ਪ੍ਰੋਗਰਾਮ ਕੀਤਾ, 12 ਪੁਆਇੰਟ ਉਹਦੇ। ਕੰਪਲੀਟ ਪੋਸਟ ਸੈਕੰਡਰੀ ਪ੍ਰੋਗਰਾਮ ਆਫ ਐਟਲੀਸਟ 1 ਈਅਰ ਇਨ ਮੈਨੀਟੋਬਾ, 10 ਪੁਆਇੰਟ ਉਹਦੇ, ਠੀਕ ਹੈ। ਜਾਂ ਫਿਰ ਤੁਹਾਡਾ ਕੋਈ ਫਰੈਂਡ ਜਾਂ ਫਿਰ ਡਿਸਟੈਂਟ ਦੂਰ ਵਾਲਾ ਰਿਸ਼ਤੇਦਾਰ ਰਹਿੰਦਾ ਮੈਨੀਟੋਬਾ ਦੇ ਵਿੱਚ, 10 ਪੁਆਇੰਟ ਤੁਹਾਨੂੰ ਉਹਦੇ ਮਿਲ ਸਕਦੇ ਆ। ਐਂ ਕਰਕੇ ਤੁਸੀਂ 25 ਪੁਆਇੰਟ ਅਡੈਪਟੇਬਿਲਿਟੀ ਦੇ ਲੈ ਸਕਦੇ ਹੋ, ਠੀਕ ਹੈ। ਜੇ ਮੰਨ ਲਓ ਤੁਸੀਂ ਆਹੀ ਚੀਜ਼ ਕਰਦੇ ਪਏ ਹੋ ਸਿਟੀ ਆਫ ਵਿਨੀਪੈਗ ਤੋਂ ਬਾਹਰ, ਆਊਟਸਾਈਡ ਸਿਟੀ ਆਫ ਵਿਨੀਪੈਗ, ਜੇ ਮੰਨ ਲਓ ਅਲਟੋਨਾ, ਥੋਮਸਨ, ਸਟੇਨਬੈਕ, ਮਾਡਰਨ, ਵਿੰਕਲਰ, ਕਿਤੇ ਵੀ ਰਹਿ ਰਹੇ ਹੋ ਵਿਨੀਪੈਗ ਤੋਂ ਬਾਹਰ, ਵਿਨੀਪੈਗ ਮੇਨ ਸਿਟੀ ਆ, ਤੁਹਾਨੂੰ 5 ਪੁਆਇੰਟ ਉਹਦੇ ਐਕਸਟਰਾ ਮਿਲਦੇ ਆ, ਠੀਕ ਹੈ, ਅਡੈਪਟੇਬਿਲਿਟੀ ਦੇ ਵਿੱਚ। ਐਂ ਕਰਕੇ ਮੈਕਸਿਮਮ 100 ਪੁਆਇੰਟ ਦਾ ਕ੍ਰਾਈਟੀਰੀਆ, 100 ਦੇ ਵਿੱਚ ਤੁਸੀਂ 60 ਮੀਟ ਕਰਦੇ ਹੋ, ਤੁਹਾਨੂੰ 60 ਆ ਜਾਂਦੇ ਆ, ਤਾਂ ਤੁਸੀਂ ਇਹਦੇ ਲਈ ਕੁਆਲੀਫਾਈ ਕਰ ਜਾਂਦੇ ਹੋ, ਤੁਹਾਨੂੰ ਇਨਵੀਟੇਸ਼ਨ ਆ ਜਾਂਦੀ ਹੈ, ਤੁਸੀਂ ਅਪਲਾਈ ਕਰ ਦਿੰਦੇ ਹੋ, ਅਤੇ ਵਧੀਆ ਤਰੀਕੇ ਨਾਲ ਕੈਨੇਡਾ ਦੀ ਇੱਥੇ ਪਹਿਲਾਂ ਮੈਨੀਟੋਬਾ ਨੋਮੀਨੇਟ ਕਰਦਾ, ਫਿਰ ਤੁਹਾਡੀ PR ਦੀ ਐਪਲੀਕੇਸ਼ਨ ਪੈ ਜਾਂਦੀ ਹੈ। ਵਨ ਆਫ ਦਾ ਬੈਸਟ ਡਰੀਮ ਆ। ਪਰ ਇਹਦੇ ਵਿੱਚ ਸੀਨ ਕਿੱਥੇ ਆ ਜਾਂਦਾ? ਔਖਾ ਕੰਮ ਕੀ ਹੈ? ਜਿਹੜਾ ਔਖਾ ਕੰਮ ਲਈ ਹਰ ਚੀਜ਼ ਤੁਹਾਨੂੰ ਮੈਂ ਇਕੱਲੀ ਉਹ ਨਹੀਂ ਦਿਖਾ ਰਿਹਾ ਕਿ ਬਾਈ ਬੜਾ ਸੌਖਾ ਕੰਮ ਇਹੋ ਜਿਹੀ, ਨਹੀਂ। ਇਹਦੇ ਵਿੱਚ ਮੇਨ ਸੀਨ ਹੈਗਾ ਜਿਹੜੀ ਤੁਸੀਂ ਪੜ੍ਹਾਈ ਕੀਤੀ ਉਹਦੇ ਰਿਲੇਟਡ ਤੁਹਾਨੂੰ ਜੋਬ ਚਾਹੀਦੀ ਆ ਇਨ ਡਿਮਾਂਡ ਆਕੂਪੇਸ਼ਨ ਲਿਸਟ ਦੇ ਵਿੱਚੋਂ, ਮੈਨੀਟੋਬਾ ਦੀ ਇਨ ਡਿਮਾਂਡ ਆਕੂਪੇਸ਼ਨ ਲਿਸਟ ਦੇ ਵਿੱਚੋਂ ਤੁਹਾਨੂੰ ਜਿਹੜੀ ਪੜ੍ਹਾਈ ਕੀਤੀ ਆ ਉਹਦੇ ਨਾਲ ਰਲਦੀ ਮਿਲਦੀ ਮੇਲ ਖਾਂਦੀ ਜੋਬ ਚਾਹੀਦੀ ਹੈ, ਸਿੰਪਲ, ਠੀਕ ਹੈ। ਹੁਣ ਜਿਹੜੇ ਵੀ ਤੁਸੀਂ ਸਬਜੈਕਟ ਪੜ੍ਹਾਈ ਕੀਤੇ ਉਹਨਾਂ ਸਾਰਿਆਂ ਨੂੰ ਸਬਜੈਕਟ ਕੋਡ ਲਿਖੇ ਹੁੰਦੇ ਟਰਾਂਸਕ੍ਰਿਪਟ ਦੇ ਮੂਹਰੇ, ਉਹਨਾਂ ਨੂੰ ਕਾਪੀ ਕਰ ਲਓ। ਇਹਦੇ ਵਿੱਚੋਂ ਜਿਹੜੀ ਵੀ ਤੁਹਾਡੀ ਫੀਲਡ ਹੈਗੀ ਹੈ, ਬਿਜ਼ਨਸ ਆ, ਫਾਈਨੈਂਸ ਆ, ਨੈਚੁਰਲ ਰਿਸੋਰਸ ਆ, ਹੈਲਥ ਆ, ਆਕੂਪੇਸ਼ਨ ਇਨ ਐਜੂਕੇਸ਼ਨ, ਲਾਅ ਸੋਸਾਇਟੀ, ਆਰਟ ਕਲਚਰ ਵਾਲੇ ਹੋ, ਸੇਲਸ ਐਂਡ ਸਰਵਿਸ ਵਾਲੇ ਹੋ, ਟ੍ਰੇਡ ਟਰਾਂਸਪੋਰਟ ਵਾਲੇ ਹੋ, ਨੈਚੁਰਲ ਰਿਸੋਰਸ ਵਾਲੇ ਹੋ, ਫਿਰ ਮੈਨੂਫੈਕਚਰਿੰਗ ਵਾਲੇ ਹੋ,
ਜਿਹੜੀ ਵੀ ਸਟਰੀਮ ਦੇ ਵਿੱਚ ਉਹਨੂੰ ਖੋਲੋ, ਇਹਨਾਂ ਸਾਰਿਆਂ ਨੂੰ ਕਾਪੀ ਕਰ ਲਓ, ਦੋਨਾਂ ਨੂੰ ਆਪਣੇ ਸਾਰੇ ਟਰਾਂਸਕ੍ਰਿਪਟਾਂ ਦੇ ਜਿਹੜੇ ਕੋਡ ਹੈਗੇ ਉਹਨਾਂ ਨੂੰ ਚੱਕ ਕੇ ਇਹਨਾਂ ਨੂੰ ਚੱਕ ਕੇ ਸੈੱਟ ਤੋਂ ਚੈਟ ਜੀਪੀਟੀ ਤੁਹਾਨੂੰ ਕਹੋ ਵੀ ਹਾਂ ਕਿਹੜੀ ਮੇਰੀ ਮੇਲ ਖਾਂਦੀ ਜੋਬ ਬਣਦੀ ਆ। ਉਹਦੇ ਬਾਅਦ 'ਚ ਉਹ ਜੋਬ ਤੁਸੀਂ ਆਪਦੇ ਇੰਪਲੋਇਰ ਤੋਂ ਲੈਣੀ ਆ ਜਾਂ ਫਿਰ ਇੰਪਲੋਇਰ ਲੱਭਣਾ ਉਸੇ ਫੀਲਡ ਦੇ ਵਿੱਚ। ਮੈਂ ਤੁਹਾਡੀ ਹੈਲਪ ਕਰ ਸਕਦਾ, ਕੋਈ ਮੈਂ ਵੀ ਨਹੀਂ ਭੇਗੀ ਰਹਿਣਾ, ਮੈਂ ਤੁਹਾਨੂੰ ਜੋਬ ਲੱਭਣ ਦੇ ਵਿੱਚ ਹੈਲਪ ਕਰ ਸਕਦਾ। ਤਾਂ ਜ਼ਰੂਰ ਜਿਹੜੀ ਤੁਹਾਡੀ ਮੇਲ ਖਾਂਦੀ ਹੋਈ ਜੋਬ ਨੌਕ ਕੋਡ ਮੈਂਸ਼ਨ ਕਰ ਦਿਓ, ਮੈਂ ਟਰਾਈ ਬੈਸਟ ਕਰੂੰਗਾ ਕਿ ਮੈਂ ਤੁਹਾਡੀ ਹੈਲਪ ਕਰ ਪਾਵਾਂ ਇੰਪਲੋਇਰ ਲੱਭਣ ਦੇ ਵਿੱਚ। ਜਾਂ ਫਿਰ ਤੁਹਾਨੂੰ ਮੈਂ ਕੰਪਨੀਜ਼ ਦੇ ਰੈਫਰ ਕਰਦਾ, ਜਾਂ ਫਿਰ ਮੈਂ ਤੁਹਾਨੂੰ ਲਿਸਟ ਦੇ ਦਾਂ ਇੰਪਲੋਇਰਸ ਦੀ ਜਿਹੜੇ ਉਸੇ ਫੀਲਡ ਦੇ ਵਿੱਚ ਹੋਣ ਤਾਂ ਕਿ ਤੁਸੀਂ ਉਹਨਾਂ ਨੂੰ ਟਾਰਗੇਟ ਕਰ ਸਕੋ। ਸਿੰਪਲ, ਠੀਕ ਹੈ। ਕੁਝ ਕੰਪਨੀਆਂ ਹਾਇਰ ਕਰ ਲੈਂਦੀਆਂ, ਬਸ ਥੋੜ੍ਹਾ ਜ਼ੋਰ ਮਾਰਨਾ ਪੈਂਦਾ। ਕੁਝ ਮੈਨੀਟੋਬਾ ਘੈਂਟ ਆ, ਪ੍ਰੋਵਿੰਸ ਘੈਂਟ ਆ, ਬੰਦੇ ਘੈਂਟ ਆ ਇੱਥੇ, ਹਿੰਮਤ ਨਹੀਂ ਹਾਰਨੀ, ਬਸ ਦੇਸੀਆਂ ਤੋਂ ਬਚਿਓ। ਓਕੇ, ਸੋ ਆਹ ਹੋ ਗਈ ਗੱਲ ਮੈਨੀਟੋਬਾ ਦੀ, ਅਤੇ ਇਹਦੇ ਵਿੱਚ ਇਕੱਲੇ ਮੈਨੀਟੋਬਾ ਵਾਲੇ ਹੀ ਕੁਆਲੀਫਾਈ ਕਰਦੇ ਆ, ਠੀਕ ਹੈ। ਹੁਣ ਆਪਾਂ ਗੱਲਬਾਤ ਕਰਾਂਗੇ, ਇਹਨੂੰ ਕਰ ਦਈਏ ਬੰਦ ਮੈਨੀਟੋਬਾ ਨੂੰ। ਹੁਣ ਆ ਜੀ ਆਪਾਂ ਓਨਟਾਰੀਓ ਤੇ। ਸੋ ਓਨਟਾਰੀਓ ਦੇ ਵਿੱਚ ਹੈਗੀ ਹੈ ਜੋਬ ਆਫਰ ਸਟਰੀਮ, ਇੰਪਲੋਇਰ ਜੋਬ ਆਫਰ। ਸੋ ਇਹਦੇ ਵਿੱਚ ਵੀ ਤੁਹਾਨੂੰ ਇੰਪਲੋਇਰ ਲੱਭਣਾ ਪੈਣਾ, ਕੁਝ ਆ ਇੰਪਲੋਇਰ ਜੋਬ ਆਫਰ ਸਟਰੀਮ, ਇਹਨੂੰ ਕਹਿੰਦੇ ਇੰਟਰਨੈਸ਼ਨਲ ਸਟੂਡੈਂਟ ਸਟਰੀਮ। ਪਹਿਲਾਂ ਵਾਲੀ ਸੀਗੀ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ, ਇੱਥੇ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਆ ਗਈ ਓਨਟਾਰੀਓ ਦੀ। ਇਹਦੇ ਵਿੱਚ ਹਰ ਤਰ੍ਹਾਂ ਦੇ ਮੰਨ ਲਓ ਤੁਸੀਂ ਮੈਨੀਟੋਬਾ ਪੜ੍ਹਾਈ ਕੀਤੀ, ਸਸਕੈਚੂਅਨ ਕੀਤੀ, ਅਲਬਰਟਾ ਕੀਤੀ, ਨੋਵਾ ਸਕਾਸ਼ੀਆ, ਨਿਊ ਬਰੁੰਸਵਿਕ, ਕਿਤੇ ਵੀ ਕੈਨੇਡਾ 'ਚ ਕੀਤੀ, ਤੁਸੀਂ ਇਹਦੇ ਵਿੱਚ ਕੁਆਲੀਫਾਈ ਕਰਦੇ ਹੋ ਐਸ ਲੌਂਗ ਐਸ ਤੁਸੀਂ ਪਿਛਲੇ 2 ਸਾਲਾਂ 'ਚ ਗ੍ਰੈਜੂਏਟ ਹੋਏ ਹੋ, ਠੀਕ ਹੈ। ਹੁਣ ਇਹਦੇ ਲਈ ਕਰਨਾ ਕੀ ਆ, ਇਹਦੇ ਵਿੱਚ ਐਵੇਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਸੀਂ ਆਪਣੀ ਫੀਲਡ ਵਾਲੀ ਜੋਬ ਹੀ ਲੈਣੀ, ਜਿਵੇਂ ਮੈਨੀਟੋਬਾ ਸੀਗਾ ਕਿ ਜਿਹੜੀ ਪੜ੍ਹਾਈ ਦੀ ਜਿਹੜੀ ਫੀਲਡ 'ਚ ਪੜ੍ਹਾਈ ਕੀਤੀ ਆ ਉਹਦੇ ਵਿੱਚ ਹੀ ਤੁਹਾਨੂੰ ਜੋਬ ਆਫਰ ਚਾਹੀਦਾ, ਉਸੇ ਲਈ ਮੇਲ ਖਾਂਦਾ ਜੋਬ ਆਫਰ ਹੋਵੇ, ਇਹਦੇ ਵਿੱਚ ਨਹੀਂ ਹੈਗਾ। ਸੋ ਇਹਦੀ ਰਿਕੁਆਇਰਮੈਂਟ ਸਿੰਪਲੀ ਆਈ ਡੂ ਮਾਈ ਹੋਮਵਰਕ। ਸੋ ਇਹਦੇ 2 ਸਾਲਾਂ ਦੇ ਗ੍ਰੈਜੂਏਟ ਹੋਣੇ ਚਾਹੀਦੇ ਆ, ਕੋਈ ਐਕਸਪੀਰੀਅੰਸ ਨਹੀਂ ਚਾਹੀਦਾ, ਤਾਂ ਤੁਹਾਨੂੰ ਚਾਹੀਦਾ ਟੀਅਰ 0, 1 2 3 ਦੀ ਜੋਬ, ਠੀਕ ਹੈ। ਟੀਅਰ 0, 1 2 3 ਓਕੇ। ਇੰਪਲੋਇਰ ਤੁਹਾਡਾ ਰਜਿਸਟਰਡ ਹੋਣਾ ਚਾਹੀਦਾ, ਇੰਪਲੋਇਰ ਪੋਰਟਲ ਹੋਣਾ ਚਾਹੀਦਾ ਉਹਦੇ ਕੋਲ, ਜਿਹਦੇ ਵਿੱਚ ਉਹਨੇ ਐਪਲੀਕੇਸ਼ਨ ਤੁਹਾਡੀ ਪਾਉਣੀ ਹੈ। ਕੁਝ ਹਾਂ ਇੰਪਲੋਇਰ ਜੋਬ ਆਫਰ ਬੇਸਡ ਸਟਰੀਮ ਆ, ਠੀਕ ਹੈ। ਓਕੇ, ਆਈਲੈਟਸ ਦੀ ਰਿਕੁਆਇਰਮੈਂਟ ਆ, ਜੋਬ ਆਫਰ ਚਾਹੀਦਾ, 2 ਸਾਲਾਂ ਦੀ ਕਰਨਾ ਵਾ, ਅਤੇ ਇੰਪਲੋਇਰ ਦੀ ਕੁਛ ਰਿਕੁਆਇਰਮੈਂਟ ਤੁਹਾਨੂੰ ਸਾਰਾ ਕੁਝ ਦੱਸਦਾ। ਓਕੇ, ਸੋ ਪਹਿਲਾਂ ਆਪਾਂ ਆ ਜੀ ਓਵਰਵਿਊ ਤੇ। ਤੁਹਾਨੂੰ ਦੱਸ ਦਿਓ ਟੀਅਰ 0, 1 2 3 ਦੀ ਜੋਬ ਚਾਹੀਦੀ ਆ। ਨੀਚੇ ਇੰਪਲੋਇਰ to apply the stream your employer must be first registered business in employer portal, ਉਹਨੇ ਇੰਪਲੋਇਰ ਪੋਰਟਲ 'ਤੇ ਰਜਿਸਟਰ ਹੋਣਾ ਅਤੇ ਉਹਨੇ ਤੁਹਾਡੇ ਲਈ ਜੋਬ ਆਫਰ ਕ੍ਰੀਏਟ ਕਰਨਾ, ਠੀਕ ਹੈ। ਉਦੋਂ ਬਾਅਦ 'ਚ OINP ਦੀ ਸਟਰੀਮ ਦੇ ਵਿੱਚ then if you receive an invitation you can apply to be nominated for OINP for PR, ਠੀਕ ਹੈ। if you are nominated, ਇੱਥੇ ਨੈਕਸਟ ਸਟੈਪ ਹੈਗਾ ਫੈਡਰਲ ਦੀ PR ਪੈਂਦੀ, ਠੀਕ ਹੈ। ਫਿਰ ਸੋ ਆ ਗਿਆ ਇੱਥੇ ਫਿਰ ਇੰਪਲੋਇਰ ਦਾ ਹੀ ਸਾਰਾ ਡਾਕੂਮੈਂਟ ਦੀ ਚੈੱਕਲਿਸਟ ਆ। ਬਾਅਦ 'ਚ ਦੇਖਦੇ ਹਾਂ ਆਪਾਂ ਜੋਬ ਆਫਰ ਦੀ ਰਿਕੁਆਇਰਮੈਂਟ। ਜੋਬ ਆਫਰ ਤੁਹਾਡਾ ਹੋਣਾ ਚਾਹੀਦਾ ਫੁੱਲ ਟਾਈਮ ਪਰਮਾਨੈਂਟ ਪੋਜੀਸ਼ਨ, ਠੀਕ ਹੈ, ਜਿਹਦੇ ਵਿੱਚ ਤੁਹਾਨੂੰ ਸਾਲ ਦੇ ਘੱਟੋ ਘੱਟ 1560 ਘੰਟੇ ਮਿਲਣ, ਹਫਤੇ ਦੇ ਘੱਟੋ ਘੱਟ 30 ਘੰਟੇ, ਉਦੋਂ ਵੱਧ ਹੋ ਸਕਦੇ ਘੱਟ ਨਹੀਂ। ਪਰਮਾਨੈਂਟ ਮੀਨਸ ਤੁਹਾਡੇ ਉੱਤੇ ਜੋਬ ਆਫਰ ਦੇ ਉੱਤੇ ਕੋਈ ਵੀ ਐਂਡ ਡੇਟ ਨਹੀਂ ਹੋਣੀ ਚਾਹੀਦੀ, ਠੀਕ ਹੈ। ਆਲਸੋ ਨੋਨ ਐਜ਼ indeterminate duration, ਓਕੇ। ਜੋਬ ਆਫਰ ਦੈਟ ਆਰ ਸੀਜ਼ਨਲ ਕੰਟਰੈਕਟ ਬੇਸਡ ਕੁਆਲੀਫਾਈ ਨਹੀਂ ਕਰਦੀਆਂ। एलिजिबल ऑक्यूपेशन होंगे तो जॉब ऑफर मस्ट बी टीयर 0, 1 2 3, ठीक है। लो वेज लैवल और लो वेज एज लिखा द पे ऑफ द जॉब ऑफर मस्ट मीट हायर दैन द लोअर वेज। सो ये तो मैं दस दिना, फॉर एग्जाम्पल किसी को भी जॉब मिलती पई है, मतलब दिखाना भी आप इतने ला लीए वेल्डर, राइट। ਵੈਲਡਰ, ਅਤੇ ਹੁਣ ਆਪਾਂ ਗੱਲ ਕਰਦੇ ਹਾਂ ਓਨਟਾਰੀਓ ਦੀ। ਓਨਟਾਰੀਓ ਆ ਗਿਆ, ਸੋ ਆਪਾਂ ਵੈਲਡਰ ਦੀ ਗੱਲਬਾਤ ਕਰਦੇ ਪਏ ਹਾਂ। ਅਤੇ ਇੱਕ ਮਿੰਟ ਇੱਥੇ, ਹਾਂ। ਸੋ ਆਹ ਲੋ ਆ ਗਿਆ, ਪਹਿਲੀ ਕਾਲਮ ਲੋ ਦੀ, ਦੂਸਰੀ ਮੀਡੀਅਮ ਦੀ, ਤੀਸਰੀ ਹਾਈ ਦੀ, ਠੀਕ ਹੈ। ਸੋ ਜਦ ਨੀਚੇ ਚਲੇ ਜਾਈਏ ਓਨਟਾਰੀਓ ਦੀ ਮਿਨੀਮਮ ਵੇਜ ਫॉर ਵੈਲਡਰ ਹੈਗੀ $21, ਮੀਡੀਅਮ ਹੈਗੀ 28, ਅਤੇ ਮੈਕਸੀਮਮ ਲਾਈਕ ਹਾਈਐਸਟ ਹੈਗੀ ਆ 41। ਸੋ ਜਿਹੜੀ ਤੁਹਾਡੀ 21 ਆ, 21 ਤੋਂ ਭਾਵੇਂ ਤੁਹਾਨੂੰ $21.50 ਮਿਲਣ, $21.25 ਮਿਲਣ, $21 ਤੋਂ ਵੱਧ ਹੋਣੀ ਚਾਹੀਦੀ ਹੈ, ਮਿਨੀਮਮ ਤੋਂ ਵੱਧ ਹੋਣੀ ਚਾਹੀਦੀ ਹੈ, ਦੈਟਸ ਇਟ। ਪਲੱਸ ਉਹਦੇ ਨੀਚੇ ਜੇ ਮੰਨ ਲਓ ਤੁਹਾਡੀ ਹੈਮਿਲਟਨ ਹੈਗਾ ਰੀਜਨ 'ਚ, ਤੁਹਾਡੀ 20 ਤੋਂ ਉੱਪਰ ਹੋਣੀ ਚਾਹੀਦੀ ਆ। ਕਿੰਗਸਟਨ ਦੇ ਉੱਤੇ ਤੁਹਾਨੂੰ 20-50 ਦੇ ਉੱਤੇ ਹੋਣੀ ਚਾਹੀਦੀ ਹੈ। ਕਿਚਨਰ ਦੇ ਵਿੱਚ ਤੁਹਾਨੂੰ $21 ਤੋਂ ਉੱਤੇ ਹੋਣੀ ਚਾਹੀਦੀ ਹੈ। ਲੰਡਨ 'ਚ $21 ਤੋਂ ਉੱਤੇ, ਮਸਕੋਕਾ ਦੇ ਵਿੱਚ 21.66 ਤੋਂ ਉੱਤੇ, ਨਾਰਥ ਈਸਟ ਰੀਜਨ ਦੇ ਵਿੱਚ ਤੁਹਾਨੂੰ $17.60 ਤੋਂ ਉੱਤੇ ਹੋਣੀ ਚਾਹੀਦੀ ਹੈ। ਨਾਰਥ ਵੈਸਟ 'ਚ 25-75 ਤੋਂ ਉੱਪਰ ਹੋਣੀ ਚਾਹੀਦੀ ਹੈ। ਆਟਵਾ 'ਚ ਤੁਹਾਡੀ $21 ਤੋਂ ਉੱਪਰ ਹੋਣੀ ਚਾਹੀਦੀ ਹੈ। ਟੋਰਾਂਟੋ ਦੇ ਵਿੱਚ $20 ਦੇ ਉੱਤੇ। ਅਤੇ ਮੈਂ ਤੁਹਾਨੂੰ ਪ੍ਰੈਫਰ ਕਰੂੰਗਾ ਵੀ
ਤੁਸੀਂ ਗ੍ਰੇਟਰ ਟੋਰਾਂਟੋ ਏਰੀਆ ਤੋਂ ਬਾਹਰ ਦੇਖਿਓ, ਕੁਝ ਉਹਦੇ ਤੁਹਾਨੂੰ ਵੱਧ ਪੁਆਇੰਟ ਮਿਲਦੇ ਆ, ਪਲੱਸ ਤੁਸੀਂ ਕੁਆਲੀਫਾਈ ਛੇਤੀ ਕਰ ਜਾਂਦੇ ਹੋ। ਓਕੇ ਠੀਕ ਹੈ। ਹੁਣ ਆ ਤੁਹਾਨੂੰ ਦੱਸਤਾ ਕਿ the pay of the job must be higher than the lower wage level, आप भी समझ गए। नेक्स्ट आ गया अपना if you're already working for the position the wage of the office must be equal greater than the ਦੇਖ ਲਿਆ ਸੀ। if you are paid an annual salary, so ਜੇ ਤੁਹਾਨੂੰ ਸਾਲ ਦਾ ਇਕੱਠਾ ਪੈਕੇਜ ਆਫਰ ਕਰ ਦਿੰਦੇ ਫੋਰ ਐਗਜ਼ਾਮਪਲ $50,000 ਦਾ $60,000 ਦਾ, ਤਾਂ ਉਹਦੇ ਵਿੱਚ ਤੁਸੀਂ ਆਪਣੇ your hourly wage can be calculated as follows। ਤੁਸੀਂ ਜੇ ਤੁਹਾਨੂੰ ਸਾਲ ਦਾ $50,000 $60,000 ਦਾ ਪੈਕੇਜ ਕੋਈ ਆਫਰ ਕਰਦਾ ਪਿਆ, ਉਹਦੇ ਵਿੱਚ ਤੁਸੀਂ ਆਪਣੇ ਕੈਲਕੂਲੇਟ ਕਿਵੇਂ ਕਰਨਾ ਵੀ ਘੰਟੇ ਦੀ ਵੇਜ ਜਾਂ ਫਿਰ ਕਿਵੇਂ ਤੁਹਾਡੀ ਲਿਖ ਸਾਰਾ ਕੁਛ ਆ। ਡਿਡਕਟ ਐਨੀ ਬੋਨਸ ਔਰ ਐਨੀ ਅਦਰ ਬੈਨੀਫਿਟਸ ਫਰੋਮ ਯੂਰ ਐਨੂਅਲ ਸੈਲਰੀ। ਸੋ ਪਹਿਲੇ ਨੰਬਰ 'ਤੇ ਕੋਈ ਵੀ ਬੋਨਸ ਮਿਲਦੇ ਆ ਉਹਨਾਂ ਨੂੰ ਕੱਟ ਕਰ ਦਿਓ। ਉਦੋਂ ਬਾਅਦ 'ਚੋਂ ਬਾਕੀ ਅਮਾਊਂਟ ਨੂੰ ਤੁਸੀਂ 52 ਹਫ਼ਤਿਆਂ ਦੇ ਵਿੱਚ ਡਿਵਾਈਡ ਕਰੋ, ਠੀਕ ਹੈ। ਅਤੇ ਉਦੋਂ ਬਾਅਦ 'ਚੋਂ ਡਿਵਾਈਡ ਦਾ ਅਮਾਊਂਟ ਬਾਏ ਟੋਟਲ ਨੰਬਰ ਆਫ ਆਵਰਸ ਪਰ ਵੀਕ, ਅਤੇ ਉਹਦੇ ਬਾਅਦ ਫਿਰ ਰਿਮੇਨਿੰਗ ਇਜ਼ ਯੂਰ ਆਵਰਲੀ ਵੇਜ। ਸੋ ਜੇ ਮੰਨ ਲਓ ਤੁਹਾਨੂੰ 50-60 ਹਜ਼ਾਰ ਦਾ ਪੈਕੇਜ ਮਿਲਦਾ ਪਿਆ, ਉਹ 50-60 ਹਜ਼ਾਰ ਨੂੰ ਪਹਿਲਾਂ ਤੁਸੀਂ ਸਾਰੇ ਜਿਹੜੇ ਬੈਨੀਫਿਟ ਮਿਲਦੇ ਆ ਉਹਨਾਂ ਨੂੰ ਕੱਟ ਦੋਗੇ, ਬੋਨਸ ਮਿਲਦੇ ਆ ਉਹਨਾਂ ਨੂੰ ਵਿੱਚੋਂ ਮਾਈਨਸ ਕਰ ਦੋਗੇ, ਉਹ ਜਿਹੜੀ ਅਮਾਊਂਟ ਬਚੀ ਉਹਨਾਂ ਨੂੰ 52 ਹਫ਼ਤੇ ਦੇ ਨਾਲ ਕੱਟ ਕੇ ਫਿਰ ਉਹ ਅਮਾਊਂਟ ਨੂੰ ਤੁਸੀਂ 30 ਘੰਟੇ ਪਰ ਹਫ਼ਤੇ ਦੇ ਹਿਸਾਬ ਨਾਲ ਡਿਵਾਈਡ ਕਰਕੇ ਫਿਰ ਜਿਹੜਾ ਤੁਹਾਨੂੰ ਬਣੂਗਾ ਉਹ ਹੋਊਗਾ ਤੁਹਾਡੀ ਆਵਰਲੀ ਵੇਜ, ਠੀਕ ਹੈ। ਆਹ ਚੀਜ਼ ਤੁਸੀਂ ਕੁਆਲੀਫਾਈ ਕਰਨੀ ਆ ਆਪਣੇ OANPJ ਆਫਿਸਰ ਲਈ। Position is urgently necessary to employer's business. The position offer must be urgently necessary to your employer's business. So obviously ਜੇ ਕਿਸੇ ਨੇ ਤੁਹਾਨੂੰ ਹਾਇਰ ਕਰਨਾ ਐਵੇਂ ਦੀ ਓਕੂਪੇਸ਼ਨ ਲਈ, ਉਹ ਪੋਜੀਸ਼ਨ ਹੈ ਜਿਹਨਾਂ ਨੂੰ ਬੰਦੇ ਦੀ ਲੋੜ ਹੋਣੀ ਚਾਹੀਦੀ ਆ। ਕਿਧਰੋਂ ਫੋਨ ਆ ਰਿਹਾ। This means that the job offer must align with your employer's existing business activities and the position must be urgently needed or needed to maintain or grow the business. ਸੋ ਆਹ ਪੋਜੀਸ਼ਨ ਉਵੇਂ ਦੀ ਹੋਣੀ ਚਾਹੀਦੀ ਜਿਹਦੇ ਵਿੱਚ ਇੰਪਲੋਇਰ ਨੂੰ ਬੰਦੇ ਦੀ ਲੋੜ ਹੋਵੇ ਅਤੇ ਉਹ ਪੋਜੀਸ਼ਨ ਉਸ ਬਿਜ਼ਨਸ ਦੇ ਲਈ ਰਿਕੁਆਇਰਡ ਹੋਵੇ ਸਸਟੇਨ ਕਰਨ ਲਈ ਅਤੇ ਗਰੋ ਕਰਨ ਲਈ, ਠੀਕ ਹੈ। ਹੁਣ ਵਰਕ ਬੇਸਡ ਇਨ ਓਨਟਾਰੀਓ, the work you do while in this position of the job offer must occur primarily in Ontario। ਤੁਹਾਡੀ ਜੋਬ ਆ ਉਹ ਸਾਰੀ ਓਨਟਾਰੀਓ ਦੇ ਵਿੱਚ ਹੋਣੀ ਚਾਹੀਦੀ ਆ। ਇਕੁਇਟੀ ਓਕੇ, ਜੇ ਤੁਹਾਡੀ ਫੈਮਿਲੀ ਦੀ ਬਿਜ਼ਨਸ ਇਕੁਇਟੀ ਹੈਗੀ ਤਾਂ ਅਲੱਗ ਸੀ, ਓਕੇ। ਸੋ ਆਪਾਂ ਇਹਨੂੰ ਨਹੀਂ ਡਿਸਕਸ ਕਰਾਂਗੇ ਵੀ ਤੁਹਾਡਾ ਜੇ ਤੁਸੀਂ ਬਿਜ਼ਨਸ ਐਕਟੀਵਿਟੀ ਹੈਗੀ ਆਪਣੀ ਨਹੀਂ ਹੈਗੀ, ਆਪਾਂ ਸਿਰਫ ਇੱਕ ਜੋਬ ਲੱਭਦੇ ਪਏ ਹਾਂ, ਜੋਬ ਆਫਰ ਦੇ ਬੇਸ 'ਤੇ ਫਾਈਲ ਪਾਉਣੀ ਹੈ, ਆਪਾਂ ਉਹ ਡਿਸਕਸ ਕਰਾਂਗੇ ਪ੍ਰਾਇਮਰੀ ਫੋਕਸ ਆਪਣਾ, ਠੀਕ ਹੈ। ਹੁਣ ਆ ਗਈ ਐਪਲੀਕੈਂਟ ਦੀ ਰਿਕੁਆਇਰਮੈਂਟ, EOI ਕ੍ਰੀਏਟ ਕਰਨੀ ਆ ਅਤੇ ਯੂ expression of interest invitation criteria, you must have received an invitation and applied within deadline, demonstrate qualification meet ਕਰਨੀ ਆਪਾਂ। education ਦੇ ਵਿੱਚ you must provide you have obtained one of the following eligible credential। ਸੋ ਅੰਡਰ ਗ੍ਰੈਜੂਏਟ ਡਿਗਰੀ ਜਾਂ ਡਿਪਲੋਮਾ ਤੁਹਾਡਾ ਹੋ ਸਕਦਾ 2 ਸਾਲਾਂ ਦਾ ਜਿਹੜਾ ਤੁਸੀਂ ਫੁੱਲ ਟਾਈਮ ਪਰਸਿਊ ਕੀਤਾ ਐਲੀਜੀਬਲ ਕੈਨੇਡੀਅਨ ਇੰਸਟੀਟਿਊਸ਼ਨ ਤੋਂ। ਸੋ ਆਹ ਕੈਨੇਡਾ ਦੇ ਸਾਰੇ ਕਾਲਜ ਨੂੰ ਅਸੈਪਟ ਕਰਦੇ ਆ ਜਿਹੜੇ ਐਲੀਜੀਬਲ ਨੇ। ਸੋ ਐਲੀਜੀਬਿਲਿਟੀ ਦੀ ਲਿਸਟ ਆ ਨੀਚੇ ਜਾ ਕੇ ਆ ਜਾਂਦੀ ਆ, ਇੱਥੇ ਖੋਲ੍ਹ ਲੈਂਦੇ ਆਪਾਂ ਆ ਰਹੀ। ਸੋ ਇਹਦੇ ਵਿੱਚ ਪਹਿਲੇ ਨੰਬਰ 'ਤੇ ਉੱਤੇ ਆ ਗਿਆ ਓਨਟਾਰੀਓ ਦਾ ਆਪਣਾ ਕਾਲਜ ਐਲਗੋਂਕਨ ਕਾਲਜ, ਜਿੱਥੇ ਮੈਂ ਪੜ੍ਹਾਈ ਕੀਤੀ। ਫਿਰ ਕੈਂਬਰੀਅਨ ਆ ਗਿਆ, ਕੈਨਾਡੋਰ ਆ ਗਿਆ, ਸੈਂਟੇਨੀਅਲ ਆ ਗਿਆ, ਬੋਰਲ ਆ ਗਿਆ। ਫਿਰ ਤੁਸੀਂ ਦੇਖ ਸਕਦੇ ਹੋ ਜੀ ਤੁਹਾਡਾ ਕਾਲਜ ਇਹਦੇ ਵਿੱਚ ਹੈਗਾ। ਸੋ ਆਹ ਹੈਗੇ ਇਕੱਲੇ ਓਨਟਾਰੀਓ ਵਾਲੇ। ਉਹਦੇ ਬਾਅਦ 'ਚ ਐਲੀਜੀਬਿਲਿਟੀ ਦੇ ਵਿੱਚ ਇਹਨਾਂ ਨੇ ਕਿਹਾ ਵਾ ਕੈਨੇਡੀਅਨ ਇੰਸਟੀਟਿਊਟ। ਸੋ ਇਹਦੇ ਵਿੱਚ ਬਾਓ ਵੈਲੀ ਆ ਗਿਆ, ਨਾਰਥ ਵੈਸਟ ਆ ਗਿਆ, ਯੂਨੀਵਰਸਿਟੀਆਂ ਬਾਕੀ ਆ ਗਿਆ ਐਲਬਰਟਾ, ਕੈਲਗਰੀ, ਲੈਥਬ੍ਰਿਜ, ਬ੍ਰਿਟਿਸ਼ ਕੋਲੰਬੀਆ ਦੇ ਕਾਲਜ ਯੂਨੀਵਰਸਿਟੀਆਂ ਆ ਗਈਆਂ, ਮੈਨੀਟੋਬਾ ਦੇ ਆ ਗਏ ਯੂਨੀਵਰਸਿਟੀਆਂ ਕਾਲਜ, ਨਿਊ ਬਰੁੰਸਵਿਕ। ਸੋ ਇੱਥੇ ਜਿਹੜੇ ਲਿਸਟ ਦੇ ਵਿੱਚ ਹੈਗੇ ਤੁਸੀਂ ਪੜ੍ਹਾਈ ਕੀਤੀ ਆਊਟ ਆਫ ਪ੍ਰੋਵਿੰਸ ਦੀ, ਉਹ ਵੀ ਕੁਆਲੀਫਾਈ ਕਰਦੀ ਹੈ ਇਸ ਲੌਂਗੈਸਟ ਲਿਸਟ ਦੇ ਵਿੱਚ, ਠੀਕ ਹੈ। ਨੈਕਸਟ ਕਿੱਥੇ ਆ ਰਿਹਾ ਤੇ ਇੱਕ ਗ੍ਰੈਜੂਏਟ ਡਿਗਰੀ ਔਰ ਡਿਪਲੋਮਾ ਦੈਟ ਟੇਕਸ ਐਟ ਲੀਸਟ 1 year ਇਫ ਪਰਸਿਊਡ ਔਨ ਫੁੱਲ ਟਾਈਮ। ਸੋ ਜੇ ਤੁਸੀਂ 8 ਮਹੀਨੇ ਦੀ ਪੜ੍ਹਾਈ ਕੀਤੀ ਫੁੱਲ ਟਾਈਮ, ਜਿਹੜਾ ਤੁਹਾਡਾ ਡਿਗਰੀ ਗ੍ਰੈਜੂਏਟ ਡਿਗਰੀ ਹੈ ਡਿਪਲੋਮਾ ਵਾ 1 ਸਾਲ ਦਾ, ਉਹ ਵੀ ਤੁਹਾਡਾ ਐਲੀਜੀਬਲ ਕਾਲਜ ਇੰਸਟੀਟਿਊਟ ਹੋਣਾ ਚਾਹੀਦਾ। ਇੱਕ ਕਾਲਜ ਗ੍ਰੈਜੂਏਟ ਸਰਟੀਫਿਕੇਟ ਵੀ ਕੁਆਲੀਫਾਈ ਕਰ ਜੂਗਾ ਜਿਹੜਾ ਐਟਲੀਸਟ 1 ਸਾਲ ਦਾ ਹੈਗਾ ਫੁੱਲ ਟਾਈਮ ਪਰਸਿਊ ਕੀਤਾ, ਉਹੀ ਐਲੀਜੀਬਲ ਕਾਲਜਾਂ ਦੀ ਲਿਸਟ ਦੇ ਵਿੱਚੋਂ। ਅਤੇ ਤੀਸਰਾ ਯੂਨੀਵਰਸਿਟੀ ਗ੍ਰੈਜੂਏਟ ਸਰਟੀਫਿਕੇਟ, ਯੂਨੀਵਰਸਿਟੀ ਦਾ ਗ੍ਰੈਜੂਏਟ ਸਰਟੀਫਿਕੇਟ ਚੱਲ ਜੂਗਾ 1 ਸਾਲ ਦਾ ਜੇ ਤੁਸੀਂ ਇਹਨਾਂ ਸਾਰਿਆਂ ਦੇ ਵਿੱਚੋਂ ਕੀਤਾ ਵਾ, ਠੀਕ ਹੈ। ਨੈਕਸਟ ਆ ਗਿਆ ਵੈਲਿਡ ਲਾਇਸੈਂਸ ਅਤੇ ਆਥੋਰਾਈਜੇਸ਼ਨ। ਸੋ ਜੇ ਮੰਨ ਲਓ ਤੁਹਾਡੇ ਕੰਮ ਨੂੰ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਲਾਇਸੈਂਸ ਦੀ ਰਿਕੁਆਇਰਮੈਂਟ ਹੈਗੀ ਹੈ ਤਾਂ ਤੁਸੀਂ ਉਹ ਮੀਟ ਕਰਨੀ ਹੈ, ਜੇ ਨਹੀਂ ਹੈਗੀ ਤਾਂ ਕੋਈ ਚੱਕਰ ਨਹੀਂ, ਪਰ ਜੇ ਰਿਕੁਆਇਰਮੈਂਟ ਹੈਗੀ ਆ ਤਾਂ ਤੁਹਾਨੂੰ ਉਹ ਮੀਟ ਕਰਨੀ ਪੈਣੀ ਹੈ। ਮਤਲਬ ਕਿ ਕੋਈ ਵੀ ਜੋਬ ਜਿਹੜੀ ਇਹਦੇ ਵਿੱਚ ਰਿਕੁਆਇਰਡ ਹੈ ਕਿ ਹਾਂ ਮੇਰੇ ਕੋਲ ਲਾਇਸੈਂਸ ਹੋਣਾ ਚਾਹੀਦਾ ਪਰਫਾਰਮ ਕਰਨ ਲਈ, ਤਾਂ ਉਹ ਮੇਰੇ ਕੋਲ ਹੋਣਾ ਚਾਹੀਦਾ। ਇੰਟੈਂਸ਼ਨ ਟੂ ਲਿਵ ਇਨ ਓਨਟਾਰੀਓ, ਸੇਮ ਉੱਥੇ ਮੈਨੀਟੋਬਾ ਵਾਂਗੂ ਕਿਸੇ ਵੀ PNP 'ਤੇ ਆਪਾਂ ਕੁਆਲੀਫਾਈ ਕਰਨਾ ਕਿਸੇ ਵੀ ਪ੍ਰੋਵਿੰਸ ਦੀ,
ਆਪੋ ਉਸ ਪ੍ਰੋਵਿੰਸ ਨੂੰ ਜਸਟੀਫਾਈ ਕਰਨਾ ਕਿ ਹਾਂਜੀ ਮੈਂ ਤੁਹਾਡੀ ਪ੍ਰੋਵਿੰਸ ਦੇ ਵਿੱਚ ਹੀ ਵਸਣਾ ਚਾਹੁੰਦਾ, ਮੇਰੀ ਇੰਟੈਂਸ਼ਨ ਹੈਗੀ ਇਸੇ ਪ੍ਰੋਵਿੰਸ 'ਚ ਵਸਣ ਦੀ, ਤਾਂ ਕਰਕੇ ਪਲੀਜ਼ ਮੈਨੂੰ ਨੋਮੀਨੇਟ ਕਰ ਦਿਓ। ਸਿੰਪਲ, ਠੀਕ ਹੈ। ਲੀਗਲ ਸਟੇਟਸ ਇਨ ਕੈਨੇਡਾ, ਇਹਦੇ ਵਿੱਚ ਯੂ ਮਸਟ ਹੈਵ ਏ ਲੀਗਲ ਸਟੇਟਸ, ਵਿਜ਼ਟਰ ਰੈਕਡ, ਸਟੱਡੀ ਪਰਮਿਟ, PGWP, ਵਰਕ ਪਰਮਿਟ ਕੋਈ ਵੀ ਹੈ ਨਾ, ਤੇ ਸ਼ੁੱਡ ਮੇਨਟੇਨ ਸਟੇਟਸ ਅੰਟਿਲ ਦ ਟਾਈਮ ਆਫ ਨੋਮੀਨੇਸ਼ਨ। ਤੁਸੀਂ ਆਪਣਾ ਸਟੇਟਸ ਮੇਨਟੇਨ ਕਰਨਾ ਤੁਹਾਡੀ ਐਪਲੀਕੇਸ਼ਨ ਸਬਮਿਟ ਹੋਣ ਤੱਕ। you must you may apply if you are in maintain status. So for example ਜੇ ਤੁਸੀਂ PGWP ਅਪਲਾਈ ਕੀਤਾ, ਤੁਸੀਂ ਮੇਨਟੇਨ ਸਟੇਟਸ ਤੇ ਹੋ, ਅਪਲਾਈਡ ਸਟੇਟਸ ਤੇ ਹੋ, ਯੂ ਕੈਨ ਅਪਲਾਈ, ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ। Application period, you must submit an application within 2 years of completing your degree, diploma, certificate. So ਮੈਨੀਟੋਬਾ 'ਚ ਸੀ, ਮੈਨੀਟੋਬਾ ਗ੍ਰੈਜੂਏਟ ਸੀ, ਵਿਦਿਨ 3 ਸਾਲਾਂ 'ਚ ਅੱਜ ਪੜ੍ਹਾਈ ਖਤਮ ਕੀਤੀ, ਵਿਦਿਨ 3 ਸਾਲਾਂ 'ਚ ਮੈਂ ਨੋਮੀਨੇਸ਼ਨ ਲਈ ਅਪਲਾਈ ਕਰਨਾ। ਇੱਥੇ ਹੈਗਾ ਸਿਰਫ 2 ਸਾਲਾਂ ਦੇ ਵਿੱਚ। ਸੋ ਮੇਕ ਸ਼ੋਰ ਕਰਨਾ ਕਿ ਆਪਾਂ ਇੰਪਲੋਇਰ ਲੱਭਣਾ 2 ਸਾਲਾਂ ਦੇ ਵਿੱਚ, ਠੀਕ ਹੈ। ਉਦੋਂ ਇੱਥੇ ਇਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਹੈ। ਫੋਰ ਐਗਜ਼ਾਮਪਲ ਇਫ ਯੂਰ ਐਜੂਕੇਸ਼ਨ ਕ੍ਰੈਡੈਂਸ਼ੀਅਲ ਇਜ਼ ਡੇਟਡ, ਸੋ ਐਜੂਕੇਸ਼ਨ ਕ੍ਰੈਡੈਂਸ਼ੀਅਲ ਤੋਂ ਜਿਹੜੀ ਡੇਟ ਹੈਗੀ ਕੰਪਲੀਸ਼ਨ ਦੀ, ਜੂਨ 1 2021, ਠੀਕ ਹੈ। ਯੂ ਮਸਟ ਹੈਵ ਰਜਿਸਟਰਡ EOI ਐਂਡ ਰਿਸੀਵਡ ਐਨ ਇਨਵੀਟੇਸ਼ਨ ਟੂ ਅਪਲਾਈ ਬਿਫੋਰ ਜੂਨ 1 2023। ਸੋ ਵਿਦਿਨ 2 ਸਾਲਾਂ ਦੇ ਵਿੱਚ ਤੁਸੀਂ ਆਪਣੀ ਇਨਵੀਟੇਸ਼ਨ ਅਪਲਾਈ ਕੀਤੀ ਹੋਣੀ ਚਾਹੀਦੀ ਆ, ਸੌਰੀ EOI ਰਜਿਸਟਰਡ ਕੀਤੀ ਹੋਣੀ ਚਾਹੀਦੀ ਹੈ, ਤੁਹਾਨੂੰ ਕੋਲ ਇਨਵੀਟੇਸ਼ਨ ਆਈ ਹੋਣੀ ਚਾਹੀਦੀ ਹੈ, ਐਂਡ ਸਬਮਿਟਡ ਐਨ ਐਪਲੀਕੇਸ਼ਨ ਬਿਫੋਰ 1 ਜੂਨ 2023, ਠੀਕ ਹੈ। If you don't have any education credential, use the date of the official letter from your college. So completion letter ਦੀ ਡੇਟ ਸੀ ਯੂਜ਼ ਕਰ ਸਕਦੇ ਹਾਂ। ਉਦੋਂ ਬਾਅਦ 'ਚੋਂ ਇੰਪਲੋਇਰ ਦੀ ਰਿਕੁਆਇਰਮੈਂਟ ਆ ਗਈਆਂ ਇੱਥੇ। ਸੋ ਇੰਪਲੋਇਰ ਦੀ ਜਨਰਲ ਰਿਕੁਆਇਰਮੈਂਟ ਤੁਹਾਨੂੰ ਦੱਸ ਦਿੰਦਾ। ਟੂ ਕੁਆਲੀਫਾਈ ਅੰਡਰ ਦਿਸ ਪ੍ਰੋਗਰਾਮ, ਉਹਦਾ ਐਕਟਿਵ ਬਿਜ਼ਨਸ ਹੋਣਾ ਚਾਹੀਦਾ, ਪਿਛਲੇ 3 ਸਾਲਾਂ ਤੋਂ ਰਨਿੰਗ ਹੋਣਾ ਚਾਹੀਦਾ, ਪਲੱਸ ਟੂ ਸਬਮਿਟ ਯੋਰ ਐਪਲੀਕੇਸ਼ਨ। ਉਹਦਾ ਬਿਜ਼ਨਸ ਓਨਟਾਰੀਓ ਦੇ ਵਿੱਚ ਹੋਣਾ ਚਾਹੀਦਾ, ਐਂਡ ਕੋਈ ਵੀ ਉਹਨਾਂ ਦੇ ਖਿਲਾਫ ਕੇਸ ਕੂਸ ਨਾ ਚੱਲਦਾ ਹੋਵੇ ਓਨਟਾਰੀਓ ਦੇ ਇੰਪਲੋਇਮੈਂਟ ਸਟੈਂਡਰਡ ਦੇ ਵਿੱਚ। ਰੈਵਨਿਊ ਦੀ ਰਿਕੁਆਇਰਮੈਂਟ ਹੈਗੀ ਆ, ਜੇ ਤਾਂ ਤੁਹਾਡਾ ਇੰਪਲੋਇਰ ਹੈਗਾ ਵਾ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ, GTA ਦੇ ਵਿੱਚ, ਸਿਟੀ ਆਫ ਟੋਰਾਂਟੋ, ਦੁਰਮ, ਹਾਲਟਨ, ਨਿਊਯਾਰਕ ਤੇ ਪੀਲ, ਉਹਨੂੰ ਘੱਟੋ ਘੱਟ $1 ਮਿਲੀਅਨ ਦਾ ਗ੍ਰੋਸ ਰੈਵਨਿਊ ਚਾਹੀਦਾ ਸਾਲ ਦਾ, ਪਿਛਲੇ ਸਾਲ ਦਾ ਬਿਜ਼ਨਸ ਈਅਰ ਦਾ, ਜਿਹੜਾ ਉਹਨੇ ਸ਼ੋਅ ਕਰਨਾ। ਜੇ ਉਹ ਹੈਗਾ ਵਾ ਆਊਟਸਾਈਡ GTA, ਉਹਨੂੰ 5 ਲੱਖ ਦਾ ਚਾਹੀਦਾ ਵਾ ਗ੍ਰੋਸ ਰੈਵਨਿਊ, ਠੀਕ ਹੈ। ਮੀਨਿੰਗ ਆਫ ਰਿਪੋਰਟ ਟੂ ਵਰਕ, ਜਿਹੜੀ ਤੁਹਾਡੀ ਲੋਕੇਸ਼ਨ ਹੈਗੀ ਆ ਜਿਸ ਤੁਸੀਂ ਕੰਮ ਕਰਨਾ। ਇਨ ਦ ਕੇਸ ਵੇਅਰ ਦ ਐਪਲੀਕੈਂਟ ਵਿਲ ਵਰਕ ਐਟ ਮੋਰ ਦੈਨ 1 ਲੋਕੇਸ਼ਨ, ਦ ਲੋਕੇਸ਼ਨ ਵੇਅਰ ਐਪਲੀਕੈਂਟ ਵਿਲ ਰਿਪੋਰਟ ਦ ਮੋਸਟ ਲੋਕੇਸ਼ਨ ਵਿਦ ਐਪਲੀਕੈਂਟ ਇਮੀਡੀਏਟ ਸੁਪਰਵਾਈਜ਼ਰ। ਸੋ ਜੇ ਮੰਨ ਲਓ ਤੁਹਾਡੇ ਬਿਜ਼ਨਸ ਦੀਆਂ ਮਲਟੀਪਲ ਲੋਕੇਸ਼ਨ ਹੈਗੀ ਓਨਟਾਰੀਓ ਦੇ ਵਿੱਚ, ਫੋਰ ਐਗਜ਼ਾਮਪਲ 3-4 ਆਫਿਸ ਆ, ਤੁਸੀਂ 3-4 ਥਾਵਾਂ 'ਤੇ ਕੰਮ ਕਰਦੇ ਹੋ, ਪਰ ਹੈ ਇੱਕ ਇੰਪਲੋਇਰ, ਤਾਂ ਤੁਸੀਂ ਉਹ ਲੋਕੇਸ਼ਨ ਮੇਨ ਭਰੋਗੇ ਇਹਦੇ ਵਿੱਚ, ਜਿਹਦੇ ਵਿੱਚ ਤੁਹਾਡੇ ਸੁਪਰਵਾਈਜ਼ਰ ਦੇ ਮੈਨੇਜਰ ਹੁੰਦੇ ਆ, ਠੀਕ ਹੈ। ਦੈਨ ਫੁੱਲ ਟਾਈਮ ਇੰਪਲੋਇਜ਼, ਇਹਦੀ ਵੀ ਇੱਕ ਰਿਕੁਆਇਰਮੈਂਟ ਆ। ਸੋ ਜੇ ਮੰਨ ਲਓ ਤੁਹਾਡਾ ਇੰਪਲੋਇਰ ਹੈਗਾ GTA ਦੇ ਵਿੱਚ, ਇਨ ਦਾ GTA, ਤਾਂ ਉਹਦੇ ਕੋਲ ਹੋਣੇ ਚਾਹੀਦੇ ਐਟਲੀਸਟ 5 ਫੁੱਲ ਟਾਈਮ PR ਜਾਂ ਸਿਟੀਜ਼ਨ ਬੰਦੇ ਕੰਮ ਕਰਦੇ ਹੋਏ ਫੁੱਲ ਟਾਈਮ ਬੇਸਿਸ 'ਤੇ। ਜੇ ਉਹ ਹੈਗਾ ਆਊਟਸਾਈਡ GTA, ਤਾਂ ਉਹਦੇ ਕੋਲ ਹੋਣੇ ਚਾਹੀਦੇ ਐਟਲੀਸਟ 3 ਬੰਦੇ PR ਜਾਂ ਸਿਟੀਜ਼ਨ ਕੰਮ ਕਰਦੇ ਹੋਏ। ਮੀਨਿੰਗ ਆਫ ਫੁੱਲ ਟਾਈਮ ਇੰਪਲੋਇਜ਼, ਘੱਟੋ ਘੱਟ 30 ਘੰਟੇ ਉਹਨਾਂ ਨੂੰ ਮਿਲਦੇ ਹੋਣ, ਫੁੱਲ ਟਾਈਮ ਹੋਣ ਤੇ ਸਾਰੇ ਬੈਨੀਫਿਟ ਉਹਨਾਂ ਜਿਹੜੇ ਤੁਹਾਡੇ ਕੰਮ ਦੇ ਹੈਗੇ ਉਹਨਾਂ ਨੂੰ ਮਿਲਦੇ ਹੋਣ, ਵਰਕ ਪਲੇਸ ਵਗੈਰਾ ਸਾਰਾ ਕੁਛ। ਐਪਲੀਕੇਸ਼ਨ ਫੋਰ ਅਪਰੂਵਲ ਆਫ ਐਨ ਇੰਪਲੋਇਮੈਂਟ ਪੋਜੀਸ਼ਨ, ਯੋਰ ਇੰਪਲੋਇਰ ਮਸਟ ਸਬਮਿਟ ਫੋਰ ਐਨ ਅਪਰੂਵਲ ਆਫ ਇੰਪਲੋਇਮੈਂਟ ਪੋਜੀਸ਼ਨ। ਤੁਹਾਡੇ ਇੰਪਲੋਇਰ ਨੇ ਪਹਿਲਾਂ ਤੁਹਾਡੀ ਪੋਜੀਸ਼ਨ ਦੀ ਅਪਰੂਵਲ ਲੈਣੀ ਆ, ਉਹਦੇ ਵਿੱਚ ਟੂ ਡੂ ਦਿਸ ਉਹਨਾਂ ਰਜਿਸਟਰ ਕਰਨਾ। ਉਹ ਮੋਸਟਲੀ ਇੰਪਲੋਇਰ ਰਜਿਸਟਰਡ ਹੁੰਦੇ ਆ ਇੰਪਲੋਇਰ ਪੋਰਟਲਸ ਦੇ ਨਾਲ, ਸੋ ਕੋਈ ਦਿੱਕਤ ਨਹੀਂ ਹੈਗੀ। ਉਸਨੂੰ ਲੋਡ ਵੀ ਦੱਸ ਦਿਓ, ਮੈਂ ਤੁਹਾਨੂੰ ਸਮਝਾ ਦੂੰਗਾ। ਆਹ ਪੋਰਟਲ ਦਾ ਗਾਈਡ ਆ ਉਹਨਾਂ ਦੇ, ਦੱਸ ਦਿੰਦਾ। ਉਹਦਾ ਇੰਪਲੋਇਰ ਡਰਿਵਨ ਸਟਰੀਮ ਆ ਸਾਰੀ ਆਹ। ਇਹਦਾ ਸਿੰਪਲੀ ਉਹਨੇ ਇੰਪਲੋਇਰ ਪੋਰਟਲ 'ਤੇ ਲੌਗਇਨ ਕਰ ਲੈਣਾ, ਸਾਈਨ ਅਪ ਕਰ ਲੈਣਾ, ਜੇ ਨਹੀਂ ਹੈਗਾ ਤਾਂ ਉਹ ਹੈਲਪ ਕਰ ਸਕਦਾ ਤੁਹਾਡੀ। ਹੁਣ ਆ ਜੀ ਗੱਲ ਸਕੋਰਿੰਗ ਫੈਕਟਰ ਦੀ, ਕਿਵੇਂ ਤੁਸੀਂ ਕੁਆਲੀਫਾਈ ਕਰੋਗੇ, ਕਿਵੇਂ ਸਕੋਰ ਵਾਲਾ ਸੀਨ ਚੱਲਦਾ। ਉਦੋਂ ਪਹਿਲਾਂ ਤੁਹਾਨੂੰ ਮੈਂ ਦਿਖਾ ਦਿੰਦਾ ਕਿੰਨੇ ਕੁ ਡਰॉ ਨਿਕਲੇ ਆ। ਇਹ OINP ਦੇ ਡਰॉज ਹੀ ਦੇਖ ਲੈਂਦੇ ਆ ਰਹੇ। ਸੋ ਇੱਥੇ ਦੇਖਦੇ ਆਪਾਂ ਡਰॉ ਦੀ। ਹੁਣ ਆਪਣੇ ਹੈਗੀ ਇੰਟਰਨੈਸ਼ਨਲ ਸਟੂਡੈਂਟ ਸਟਰੀਮ, ਸੋ ਹੁਣ ਆਪਾਂ ਦੇਖਾਂਗੇ ਇਹਦੀ ਇੰਟਰਨੈਸ਼ਨਲ ਸਟੂਡੈਂਟ ਸਟਰੀਮ। 2026 ਹਜੇ ਤਾਂ ਕੋਈ ਡਰॉ ਨਹੀਂ ਨਿਕਲਿਆ ਤਾਂ 2025 ਦੇ ਵਿੱਚ 6605 ਬੰਦਿਆਂ ਨੂੰ ਇਨਵੀਟੇਸ਼ਨ ਮਿਲੀਆਂ ਇਸ ਸਟਰੀਮ ਦੇ ਅੰਡਰ। ਸੋ 6605 ਬੰਦੇ ਨੇ, ਸਭ ਤੋਂ ਵੱਧ ਲੋਕਾਂ ਨੇ ਇਸ ਪ੍ਰੋਗਰਾਮ ਦੇ ਅੰਡਰ PR ਲਈ ਓਨਟਾਰੀਓ ਦੇ ਵਿੱਚ 2025 ਦੇ ਵਿੱਚ। ਸੋ ਤੁਸੀਂ ਦੇਖ ਸਕਦੇ ਹੋ ਫੋਰਨ ਵਰਕਰ ਸਟਰੀਮ ਦੇ 4800, ਇਹਦੇ ਵਿੱਚ 6600, ਇਨ ਡਿਮਾਂਡ ਦੇ ਵਿੱਚ 1000 ਬੰਦੇ ਨੇ, ਤੋਂ ਬਾਅਦ ਬਾਕੀ ਸਟਰੀਮਾਂ 'ਚ 0 ਆ।
ਸੋ ਆ ਹੁਣ ਦੇਖਾਂਗੇ ਕਿੰਨੇ ਕੁ ਡਰਾ ਨਿਕਲੇ। ਸੋ ਉਹਦੇ ਸਭ ਤੋਂ ਵੱਧ ਡਰਾ ਨਿਕਲੇ ਹੋਣਗੇ ਇਹਦੇ। ਚੱਲਦੇ ਆ ਇੱਥੇ। ਸੋ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਨੰਬਰ ਆਫ ਇਨਵੀਟੇਸ਼ਨ 93, 39, 136, 105 ਦਸੰਬਰ ਦੇ ਵਿੱਚ ਕਿੰਨੇ ਡਰਾ ਨਿਕਲੇ 1 2 3 4 5 6। ਸੋ ਦਸੰਬਰ 'ਚ 6 ਡਰਾ ਨਿਕਲੇ। ਇਹਦੇ 'ਚ ਹੈਲਥ ਦਾ ਕੱਢਦੇ ਆ, ਰੀਜਨਲ ਰੈਡੀ ਪ੍ਰੋਗਰਾਮ ਦਾ ਕੱਢਦੇ ਆ, ਸੈਂਟਰਲ ਏਰੀਆ ਦਾ ਕੱਢਦੇ ਆ, ਸਾਊਥ ਵੈਸਟ ਦਾ ਕੱਢਦੇ। ਇਹਦੇ 'ਚ ਏਰੀਆ ਬਹੁਤ ਮੈਟਰ ਕਰਦਾ, ਈਸਟਰਨ ਓਨਟਾਰੀਓ। ਠੀਕ ਹੈ। ਸੋ ਪੁਆਇੰਟ ਦਾ ਕ੍ਰਾਈਟੇਰੀਆ 77, 73, 71, 63, 75। ਠੀਕ ਹੈ। ਉਦੋਂ ਬਾਅਦ ਸਾਲ ਦੇ ਵਿੱਚ ਖਾਸੇ ਡਰਾ ਨਿਕਲੇ ਦੇ। ਸੋ ਜੂਨ ਤੋਂ ਸ਼ੁਰੂ ਹੋਏ, ਇਹ 68 ਦਾ ਸੀ। ਉਦੋਂ ਬਾਅਦ ਸਭ ਤੋਂ ਲੋਐਸਟ ਮੇ ਸਾਨੂੰ 54 ਦਾ ਗਿਆ। 54 ਸੀਗਾ ਟਾਰਗੇਟ ਡਰਾ ਇਨ ਨਾਰਦਰਨ ਓਨਟਾਰੀਓ। ਉਹਦੇ ਵਿੱਚ 85 ਦਾ ਗਿਆ। 85 ਮੇਰੇ ਹਿਸਾਬ ਨਾਲ ਹਾਈਐਸਟ ਆ। ਹਾਂ, ਹੋ ਗਿਆ ਸੀ ਈਸਟਰਨ ਓਨਟਾਰੀਓ 'ਚ। ਉਹਦੇ ਬਾਅਦ ਜੂਨ 'ਚ ਡਰਾ ਨਿਕਲਿਆ ਵਾ ਗ੍ਰੇਟਰ ਸਡਬੇਰੀ 54 ਦਾ। ਸੋ ਆਪਾਂ ਦੇਖਣਾ ਵੀ ਆਪਾਂ ਪੁਆਇੰਟ ਕ੍ਰਾਈਟੇਰੀਆ ਮੀਟ ਕਰਨਾ ਇਹ 'ਚ ਕੁਆਲੀਫਾਈ ਕਰਨ ਲਈ। ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਸਿੱਧਾ ਸਕੋਰਿੰਗ ਫੈਕਟਰਸ 'ਤੇ। ਸਕੋਰਿੰਗ ਫੈਕਟਰ ਦੇ ਉੱਤੇ ਜੇ ਮੰਨ ਲਓ ਟੀਅਰ 0 1 0 ਜਾਂ 1 ਦੀ ਜੋਬ ਆ ਤੁਹਾਨੂੰ 10 ਪੁਆਇੰਟ ਮਿਲਣਗੇ। ਟੀਅਰ 2 3 ਦੀ ਆ 8 ਪੁਆਇੰਟ ਮਿਲਣਗੇ। ਟੀਅਰ 4 ਦੀ ਆ 5 ਦੀ ਆ ਤੁਸੀਂ 0 ਪੁਆਇੰਟ ਆ। ਸੋ ਟਾਰਗੇਟ ਕਰਨਾ ਬਟ ਟੀਅਰ 0 1 2 3 ਓਨਲੀ। ਠੀਕ ਹੈ। ਨੈਕਸਟ ਆ ਗਿਆ ਜੋਬ ਆਫਰ। ਜੋਬ ਆਫਰ ਦੇ ਵਿੱਚ ਆਕੂਪੇਸ਼ਨ ਕੈਟੇਗਰੀ EOI ਬੇਸਡ। ਸੋ ਆਕੂਪੇਸ਼ਨ ਕੈਟੇਗਰੀ ਤੁਸੀਂ ਦੇਖੋਗੇ 0 1 2 3 ਦੀ ਆ 10 ਪੁਆਇੰਟ, 7 ਆ ਤਾਂ ਇਹਦੇ 7 ਪੁਆਇੰਟ। ਇਹਦਾ ਤੁਹਾਨੂੰ ਮੈਂ ਦੱਸਦਾ NOC, ਤੁਹਾਨੂੰ ਮੈਂ ਦਿਖਾਉਣਾ ਵੀ ਚੀਜ਼। ਸੋ ਆਹ ਹੁੰਦੀਆਂ ਵਾ ਜੋਬ ਕੈਟੇਗਰੀਜ਼। ਠੀਕ ਹੈ। NOC based pre-populated in the EOI based on job offer। ਸੋ 0 2 ਐਂਡ 3 ਦੇ ਵਿੱਚ ਤੁਹਾਡੇ ਕੋਲ ਆਕੂਪੇਸ਼ਨ ਦੇ ਵਿੱਚ ਜੋਬ ਆਫਰ ਹੈਗਾ ਵਾ। ਹੁਣ 0 ਦੇ ਵਿੱਚ ਆ ਗਿਆ 0 ਦੀ ਜੋਬਾਂ ਲੀਗਲ ਸੀਨੀਅਰ ਮੈਨੇਜਮੈਂਟ ਪੋਜੀਸ਼ਨ ਆ ਗਈਆਂ ਆਪਣੀਆਂ। ਉਹਦੇ ਬਾਅਦ 2 ਦੇ ਵਿੱਚ ਆ ਗਿਆ ਨੈਚੁਰਲ ਅਪਲਾਈਡ ਸਾਇੰਸ ਵਾਲੀਆਂ ਪੋਜੀਸ਼ਨਾਂ। ਉਹਦੇ ਬਾਅਦ 'ਚ ਆ ਗਿਆ 3 ਦੇ ਵਿੱਚ ਹੈਲਥ ਦੀਆਂ ਆਕੂਪੇਸ਼ਨਸ। ਸੋ ਇਹਨਾਂ ਦੇ ਵਿੱਚ ਤੁਹਾਨੂੰ 10 ਪੁਆਇੰਟ ਮਿਲਣਗੇ। ਆਕੂਪੇਸ਼ਨ ਕੈਟੇਗਰੀ 7 ਦੇ ਵਿੱਚੋਂ ਜਿਹੜੀ ਬਣ ਗਈ ਆਪਣੀ ਟ੍ਰੇਡ ਟਰਾਂਸਪੋਰਟ ਦੀ, ਇਹਦੇ ਵਿੱਚ ਤੁਹਾਨੂੰ ਮਿਲਣਗੇ 7 ਪੁਆਇੰਟ। ਜੇ ਤੁਹਾਡੀ ਹੈਗੀ ਆ ਫਸਟ ਤੇ 9th, ਫਸਟ ਆ ਗਈ ਬਿਜ਼ਨਸ ਦੀ ਸਟਰੀਮ ਦੇ ਵਿੱਚੋਂ, ਜਾਂ ਫਿਰ ਤੁਸੀਂ ਹੈਗੇ ਹੋ ਮੈਨੂਫੈਕਚਰਿੰਗ ਵਾਲੇ, ਤੁਹਾਨੂੰ ਮਿਲਣਗੇ 5 ਪੁਆਇੰਟ। ਫਿਰ ਉਦੋਂ ਬਾਅਦ ਆਕੂਪੇਸ਼ਨ ਕੈਟੇਗਰੀ 4 ਤੇ 8 ਲਈ ਤੁਹਾਨੂੰ ਮਿਲਣਗੇ 4 ਹੈਗੀ ਆਪਣੀ ਐਜੂਕੇਸ਼ਨ ਲਾਅ ECA ਵਗੈਰਾ ਜੀ 'ਚ ਆ ਜਾਂਦੇ ਆ। ਜਾਂ ਫਿਰ 8 ਦੀ ਆ ਗਈ ਆਪਣੀ ਨੈਚੁਰਲ ਰਿਸੋਰਸ ਵਾਲੇ, ਇਹਦੇ ਵਿੱਚ ਤੁਹਾਨੂੰ ਮਿਲਣਗੇ 4 ਪੁਆਇੰਟ। ਸੋ ਐਂ ਕਰਕੇ ਤੁਹਾਨੂੰ ਜੋਬ ਆਫਰ ਦੇ ਵੀ ਪੁਆਇੰਟ ਮਿਲਣੇ ਆ। ਸੋ ਮੇਕ ਸ਼ੋਰ ਆਪਾਂ ਵਧੀਆ ਜੋਬ ਕੁਆਲੀਫਾਈ ਕਰੀਏ। ਉਦੋਂ ਬਾਅਦ 'ਚੋਂ ਜੋਬ ਆਫਰ ਦੀ ਵੇਜ 'ਤੇ ਵੀ ਪੁਆਇੰਟ ਮਿਲਣੇ ਆ। ਸੋ ਤੁਹਾਨੂੰ 40,000 ਘੰਟੇ ਦੇ ਮਿਲਦੇ ਪਏ ਆ ਤਾਂ 10 ਪੁਆਇੰਟ। 35 ਤੋਂ 39 ਦੇ ਵਿੱਚ ਮਿਲਦੇ ਪਏ ਆ ਤਾਂ 8 ਪੁਆਇੰਟ। 30 ਤੋਂ 34 ਦੇ ਵਿੱਚ ਮਿਲਦੇ ਪਏ 7 ਪੁਆਇੰਟ। 25 ਤੋਂ 29 ਦੇ ਵਿੱਚ ਮਿਲਦੇ ਪਏ ਆ 6 ਪੁਆਇੰਟ। $20 ਤੋਂ 24.99 ਤੱਕ ਮਿਲਦੇ ਪਏ ਤਾਂ 5 ਪੁਆਇੰਟ। $20 ਤੋਂ ਘੱਟ ਤੁਹਾਨੂੰ ਮਿਲਦੇ ਪਏ ਤਾਂ 0 ਪੁਆਇੰਟ। ਸੋ ਇਹਦੇ ਵੀ ਪੁਆਇੰਟ ਕ੍ਰਾਈਟੇਰੀਆ। ਠੀਕ ਹੈ। ਉਹਦੇ ਬਾਅਦ ਵਰਕ ਔਰ ਸਟੱਡੀ ਪਰਮਿਟ ਸਟੇਟਸ, ਤੁਹਾਡੇ ਕੋਲ ਵੈਲਿਡ ਸਟੱਡੀ ਪਰਮਿਟ ਹੈਗਾ ਜਾਂ ਵਰਕ ਪਰਮਿਟ ਹੈਗਾ 10 ਪੁਆਇੰਟ, ਨਹੀਂ ਹੈਗਾ ਤਾਂ 10 ਪੁਆਇੰਟ। ਪਰ ਅਪਲਾਈਡ ਸਟੇਟਸ ਦੇ ਉੱਤੇ ਤੁਸੀਂ ਵਰਕ ਪਰਮਿਟ ਵਾਲੇ ਕੰਸੀਡਰ ਕੀਤੇ ਜਾਂਦੇ ਤੁਹਾਨੂੰ 10 ਪੁਆਇੰਟ ਮਿਲਦੇ ਆ। ਜੋਬ ਟੈਨਿਊਰ ਵਿਦ ਜੋਬ ਆਫਰ employer। ਸੋ ਜੇ ਮੰਨ ਲਓ 6 months or more working in the job offer position 10 point। less than 6 months working in the job offer position 0 point। so the work is in the job offer position must have occurred। ਸੋ ਜੇ ਮੰਨ ਲਓ ਤੁਹਾਡੇ ਕੋਲ 6 ਮਹੀਨੇ ਦਾ ਐਕਸਪੀਰੀਅੰਸ ਹੈਗਾ ਤਾਂ ਤੁਹਾਨੂੰ 3 ਪੁਆਇੰਟ ਦੇ ਮਿਲ ਜਾਣਗੇ, ਅਦਰਵਾਈਜ਼ ਨਹੀਂ। ਜੋਬ ਟੈਨਿਊਰ ਵਿਦ ਜੋਬ ਆਫਰ employer, ਹਾਂ 6 months or more। ਅੱਛਾ ਸੌਰੀ ਤੁਹਾਡਾ ਐਕਸਪੀਰੀਅੰਸ ਨਹੀਂ, ਜਿਹੜਾ ਜੋਬ ਟੈਨਿਊਰ ਆ ਡਿਊਰੇਸ਼ਨ ਆ, ਉਹ ਜੇ ਤੁਹਾਨੂੰ ਜੋਬ ਆਫਰ ਘੱਟੋ ਘੱਟ ਸਾਲ ਦਾ ਹੈਗਾ 6 ਮਹੀਨੇ ਤੋਂ ਵੱਧ ਹੈਗਾ ਤਾਂ ਤੁਹਾਨੂੰ 3 ਪੁਆਇੰਟ ਮਿਲਣਗੇ। 6 ਮਹੀਨੇ ਤੋਂ ਘੱਟ ਦਾ ਹੈਗਾ ਜਾਂ ਫਿਰ employer ਨੇ ਲਿਖਿਆ ਕਿ ਤੁਹਾਡੀ ਪੋਜੀਸ਼ਨ ਕਦੋਂ ਐਂਡ ਹੋ ਰਹੀ ਆ ਤਾਂ 0 ਪੁਆਇੰਟ ਆ। ਅਰਨਿੰਗ ਹਿਸਟਰੀ ਦੇ ਵਿੱਚ ਜੇ ਮੰਨ ਲਓ ਤੁਹਾਡੇ ਪਿਛਲੇ ਸਾਲ ਦੀ ਨੋਟਿਸ ਆਫ ਅਸੈਸਮੈਂਟ, ਸੋ ਫੋਰ ਐਗਜ਼ਾਮਪਲ ਸਟੱਡੀ ਪਰਮਿਟ ਦੇ ਵੇਲੇ ਤੁਸੀਂ ਪਿਛਲੇ ਸਾਲ ਜਾਂ ਲਾਸਟ 5 ਸਾਲਾਂ ਦੇ ਵਿੱਚ ਤੁਸੀਂ ਪਿਛਲੇ ਸਾਲ 40,000 ਕਮਾਇਆ, ਤੁਹਾਨੂੰ 3 ਪੁਆਇੰਟ। ਤੁਸੀਂ 40,000 ਤੋਂ ਘੱਟ ਕਮਾਇਆ ਤਾਂ 0 ਪੁਆਇੰਟ। ਐਜੂਕੇਸ਼ਨ ਦੇ ਵਿੱਚ ਹਾਈਐਸਟ ਲੈਵਲ ਆਫ ਐਜੂਕੇਸ਼ਨ ਦੇ PhD ਕੀਤੀ 10 ਪੁਆਇੰਟ, ਮਾਸਟਰ ਦੇ 8 ਪੁਆਇੰਟ, ਬੈਚਲਰ ਦੇ 6 ਪੁਆਇੰਟ, ਗ੍ਰੈਜੂਏਟ ਡਿਪਲੋਮੇ ਦੇ 6 ਪੁਆਇੰਟ, ਅੰਡਰ ਗ੍ਰੈਡ ਡਿਪਲੋਮੇ ਸਰਟੀਫਿਕੇਟ ਦੇ 5 ਪੁਆਇੰਟ, ਅਪ੍ਰੈਂਟਿਸਸ਼ਿਪ ਦੇ 5 ਪੁਆਇੰਟ ਤੇ ਲੈਸ ਦੈਨ ਕਾਲਜ ਜਾਂ ਟ੍ਰੇਡ ਸਰਟੀਫਿਕੇਟ ਦੇ 0 ਪੁਆਇੰਟ। ਫੀਲਡ ਆਫ ਸਟੱਡੀ ਦੇ ਜੇ STEM ਦੀ ਪੜ੍ਹਾਈ ਹੈ 12 ਪੁਆਇੰਟ, ਬਿਜ਼ਨਸ ਦੀ ਪੜ੍ਹਾਈ ਹੈ 6 ਪੁਆਇੰਟ, ਹਿਊਮੈਨਿਟੀਜ਼ ਦੀ ਪੜ੍ਹਾਈ ਦੇ ਕੋਈ ਪੁਆਇੰਟ ਨਹੀਂ।
Canadian education experience credential must be a post-secondary education credibility credential from a eligible Canadian institution that takes at least 1 ਸਾਲ ਦੀ ਪੜ੍ਹਾਈ ਜਾਂ 2 ਸਾਲ ਦੀ ਪੜ੍ਹਾਈ ਫੁੱਲ ਟਾਈਮ ਬੇਸਿਸ ਤੇ ਕੀਤੀ ਹੋਵੇ ਮਿਨੀਮਮ। ਤਾਂ ਜੇ ਤੁਹਾਡੇ ਕੋਲ ਮੋਰ ਦੈਨ ਇੱਕ ਕੈਨੇਡੀਅਨ ਕ੍ਰੈਡੈਂਸ਼ੀਅਲ ਹੈਗਾ 10 ਪੁਆਇੰਟ, ਤੁਹਾਡੇ ਕੋਲ ਸਿੰਗਲ ਹੀ ਹੈਗਾ ਤਾਂ ਸਿਰਫ 5 ਪੁਆਇੰਟ ਤੁਹਾਡੀ ਪੜ੍ਹਾਈ ਦੇ, ਠੀਕ ਹੈ। फिर आगे लैंग्वेज दे CLB 9 आ 10 पॉइंट, CLB 8 आ 6 पॉइंट, CLB 7 आ 4 पॉइंट, CLB 6 आ कोई पॉइंट नहीं। सैकेंड लैंग्वेज थोड़ा पॉइंट मिलने जे थोड़े को CLB 7 है, स्कोर ऑफ 7 इन 1 wait, so this is first language, so two official languages, two official language। हाँ जो मान लो तुम इंग्लिश ਤੇ ਫ੍ਰੈਂਚ ਦੋਨੋਂ ਲਗਾ ਰਹੇ ਹੋ ਤਾਂ ਤੁਹਾਨੂੰ 10 ਪੁਆਇੰਟ ਮਿਲਣਗੇ। a minimum CLB 7 in one of the official language ਤੁਹਾਨੂੰ ਇੱਕ for example ਸੋ ਤੁਹਾਨੂੰ 10 ਮਿੰਟ ਤਾਂ ਮਿਲ ਸਕਦੇ ਆ ਜੇ ਤੁਸੀਂ ਇੰਗਲਿਸ਼ ਤੇ ਫ੍ਰੈਂਚ ਦੋਨੋਂ ਲਗਾਉਂਦੇ ਹੋ। ਇੰਗਲਿਸ਼ ਦੇ ਵਿੱਚ ਤੁਹਾਡੇ ਕੋਲ CLB 7 6 ਈਚ ਹੈਗੇ ਆ, ਤੁਹਾਨੂੰ ਉਹਦੇ ਮਿਲਣਗੇ 5 ਪੁਆਇੰਟ, ਪਲੱਸ ਤੁਸੀਂ ਮਿਨੀਮਮ CLB 6 ਲਗਾਉਣੇ ਆ ਦੂਸਰੀ ਲੈਂਗੁਏਜ ਫ੍ਰੈਂਚ ਦੇ ਵਿੱਚ CLB 6 ਚਾਹੀਦੇ ਆ ਤਾਂ ਫਿਰ ਤੁਸੀਂ 10 ਮਿੰਟ ਲੈ ਸਕਦੇ ਹੋ। ਪਰ ਜੇ ਤੁਹਾਡੇ ਕੋਲ ਸਿਰਫ ਇੱਕੋ ਲੈਂਗੁਏਜ ਹੈਗੀ ਆ ਤਾਂ ਤੁਹਾਨੂੰ ਉਹਦੇ 5 ਪੁਆਇੰਟ ਮਿਲਣਗੇ ਐਕਸਟਰਾ ਨੇ ਇਹਨਾਂ ਨਾਲੋਂ, ਠੀਕ ਹੈ। ਉਹਦੇ ਬਾਅਦ ਚੋਂ ਰੀਜਨਲ ਇਮੀਗ੍ਰੇਸ਼ਨ ਲੋਕੇਸ਼ਨ ਆਫ ਜੋਬ ਥੋੜੀ ਲੋਕੇਸ਼ਨ ਦੇ ਵੀ ਤੁਹਾਨੂੰ ਐਕਸਟਰਾ ਪੁਆਇੰਟ ਮਿਲਦੇ ਆ। ਸੋ ਨਾਰਦਰਨ ਓਨਟਾਰੀਓ ਚੋਂ 10 ਪੁਆਇੰਟ, ਉਹਦੇ ਬਾਅਦ ਚੋਂ ਅਦਰ ਏਰੀਆਸ ਆਊਟਸਾਈਡ GTA ਤੁਹਾਨੂੰ 8 ਪੁਆਇੰਟ, GTA ਦੇ ਵਿੱਚ 3 ਪੁਆਇੰਟ, ਟੋਰਾਂਟੋ 'ਚ ਕੋਈ ਪੁਆਇੰਟ ਨਹੀਂ। ਤੇ ਉਹਦੇ ਬਾਅਦ ਚੋਂ ਰੀਜਨਲ ਇਮੀਗ੍ਰੇਸ਼ਨ ਲੋਕੇਸ਼ਨ ਆਫ ਸਟੱਡੀ ਵੇਰੀ ਫਿਜ਼ੀਕਲੀ ਅਟੈਂਡਡ। ਸੋ ਜੇ ਮੰਨ ਲਓ ਤੁਹਾਡੀ ਪੜ੍ਹਾਈ GTA ਤੋਂ ਬਾਹਰ ਹੈਗੀ ਆ ਨਾਰਦਰਨ ਓਨਟਾਰੀਓ 'ਚ 10 ਪੁਆਇੰਟ, GTA ਤੋਂ ਬਾਹਰ ਕਿਸੇ ਵੀ ਏਰੀਆ ਦੇ ਵਿੱਚ ਐਕਸੈਪਟ ਨਾਰਦਰਨ ਓਨਟਾਰੀਓ ਨੂੰ ਛੱਡ ਕੇ 8 ਪੁਆਇੰਟ, ਇਨਸਾਈਡ GTA 3 ਪੁਆਇੰਟ, ਟੋਰਾਂਟੋ ਦੇ 0 ਪੁਆਇੰਟ, ਠੀਕ ਹੈ। ਆਹ ਹੈਗਾ ਤੁਹਾਡਾ ਸਕੋਰਿੰਗ ਕ੍ਰਾਈਟੀਰੀਆ। ਇਹਨਾਂ ਸਾਰਿਆਂ ਨੂੰ ਮੀਟ ਕਰਕੇ ਫਿਰ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਸਟਰੀਮ ਦੇ ਅੰਦਰ। ਪਰ ਸੇਮ ਟਾਈਮ ਦੇ ਉੱਤੇ ਤੁਹਾਡੀ ਪੜ੍ਹਾਈ, ਤੁਹਾਡਾ ਜੌਬ ਆਫਰ ਆਹ ਮੈਟਰ ਕਰਦਾ। ਟੀਅਰ 0 1 2 3 ਦੀ ਪੋਜੀਸ਼ਨ ਤੁਹਾਨੂੰ ਚਾਹੀਦੀ ਹੈ ਇਹਦੇ ਵਿੱਚ ਕੁਆਲੀਫਾਈ ਕਰਨ ਲਈ। ਸੋ ਦੋਨੋਂ ਸਟਰੀਮਾਂ ਵਧੀਆ, ਪਰ ਇਹਦੇ ਵਿੱਚ ਐਟ ਦ ਐਂਡ ਆਫ ਦ ਡੇ ਤੁਹਾਡੀ ਮਿਹਨਤ ਬਹੁਤ ਜ਼ਿਆਦਾ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਹਾਂ ਸਟਰੀਮਾਂ ਹੈਗੀਆਂ, ਸਟਰੀਮਾਂ ਸੌਖੀਆਂ ਨਹੀਂ ਹੈਗੀਆਂ। ਵੀ ਜਿਹੜੇ ਵੀ ਲੋਕੀ ਸੌਖਾ ਜੈਕ ਜਗਾੜ ਭਾਲਦੇ ਆ, ਜੈਕ ਜਗਾੜ ਦਾ ਕੰਮ ਨਹੀਂ ਹੈਗਾ। ਪਰ ਜੇ ਤੁਹਾਡਾ ਹੋ ਜਾਂਦਾ ਤਾਂ ਸਿੰਪਲੀ ਐਪਲੀਕੇਸ਼ਨ ਕੰਸੈਂਟ ਫਾਰਮ ਲੈਣਾ ਇੰਪਲੋਇਰ ਦੇ ਕੋਲੋਂ, ਆ ਤੁਹਾਡੇ ਸਾਰੇ ਡਾਕੂਮੈਂਟ ਲੱਗਣੇ ਆ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਸੌਖੇ ਤਰੀਕੇ ਨਾਲ ਤੇ PR ਲੈ ਸਕਦੇ ਹੋ। ਜਿਵੇਂ ਤੁਹਾਨੂੰ ਮੈਂ ਦਿਖਾਇਆ ਪਿਛਲਾ ਪੇਜ ਹੀ ਸੀ ਇਹਦਾ ਨਾ, ਹਾਂ ਜਿਵੇਂ ਤੁਹਾਨੂੰ ਮੈਂ ਦਿਖਾਇਆ ਪਿਛਲੇ ਸਾਲ ਸਭ ਤੋਂ ਵੱਧ ਡਰਾਅ ਇਹਦੇ ਨਿਕਲੇ ਆ, ਸਭ ਤੋਂ ਵੱਧ ਇਨਵੀਟੇਸ਼ਨ ਇਹਦੇ ਅੰਡਰ ਗਈਆਂ 6605। ਤਾਂ ਜਿਹਦੇ ਵਿੱਚ ਆਪਾਂ ਨੂੰ ਦਿਖ ਰਿਹਾ ਕਿ ਹਾਂ ਮੇਰਾ PR ਦਾ ਬਣ ਜੂਗਾ, ਆਪਾਂ ਉਹਦੇ ਵਿੱਚ 100% ਐਫਰਟ ਪਾਈਏ ਨਾ ਵੀ GTA ਤੋਂ ਬਾਹਰ ਨਿਕਲ ਜਾਓ। ਇਹਨਾਂ ਨੇ ਦੇਖੋ ਵੀ ਕਿਹੜੇ ਬੰਦੇ ਟਾਰਗੇਟ ਕੀਤੇ 51 ਪੁਆਇੰਟ 'ਚ। ਨਾਰਦਰਨ ਓਨਟਾਰੀਓ, ਈਸਟਰਨ ਓਨਟਾਰੀਓ, ਸਦਰਨ ਓਨਟਾਰੀਓ, ਸੈਂਟਰਲ ਓਨਟਾਰੀਓ ਐਕਸਕਲੂਡਿੰਗ GTA, ਰੈਡੀ ਪ੍ਰੋਗਰਾਮ ਵਾਲੇ ਹੋ ਗਏ, ਹੈਲਥ ਓਕੂਪੇਸ਼ਨਾਂ ਹੋ ਗਈਆਂ, ਰੈਡੀ ਪ੍ਰੋਗਰਾਮ ਵਾਲੇ ਹੋ ਗਏ ਹੈਲਥ ਓਕੂਪੇਸ਼ਨ, ਬਾਕੀ ਪ੍ਰਾਇਓਰਟੀ ਓਕੂਪੇਸ਼ਨ ਵਾਲੇ ਹੋ ਗਏ, ਹੈਲਥ ਓਕੂਪੇਸ਼ਨ ਵਾਲੇ ਹੋ ਗਏ, ਨਾਰਦਰਨ ਓਨਟਾਰੀਓ ਫਿਰ ਰੈਡੀ ਪ੍ਰੋਗਰਾਮ ਵਾਲੇ ਫਿਰ। ਵੀ ਆਪਾਂ ਆਹ ਚੀਜ਼ਾਂ ਟਾਰਗੇਟ ਕਰੀਏ ਫਿਰ ਹੀ ਆਪਣਾ PR ਦਾ ਹੱਲ ਹੈਗਾ। ਅਦਰਵਾਈਜ਼ ਧੱਕੇ ਦਾ ਜਿੰਨੇ ਮਰਜ਼ੀ ਹੈ ਵੀ ਆਪਾਂ ਓਨਟਾਰੀਓ ਛੱਡ ਕੇ ਕਿਤੇ ਮਰਜ਼ੀ ਭੱਜ ਸਕਦੇ, ਕਿਤੇ ਮਰਜ਼ੀ ਜਾ ਸਕਦੇ ਹਾਂ। ਪਲੱਸ ਜੇ ਤੁਸੀਂ ਓਨਟਾਰੀਓ ਪੜ੍ਹਾਈ ਕਰ ਲਈ ਕਿਤੇ ਕਰ ਲਈ, ਸੇਮ ਟਾਈਮ 'ਤੇ ਇੱਕ ਚੀਜ਼ ਹੋਰ ਰੱਖਿਓ ਟਾਰਗੇਟ RCAP ਪ੍ਰੋਗਰਾਮ ਨੂੰ। ਇਹਦੇ ਵਿੱਚ ਇੰਪਲੋਇਰਾਂ ਦੀ ਲਿਸਟਾਂ ਸਾਰਾ ਕੁਛ ਉਹਨਾਂ ਨੇ ਜਾਰੀ ਕਰਨਾ। ਇਹਦੇ ਵਿੱਚ ਵੀ ਜੋਬ ਆਫਰ ਦੇ ਨਾਲ 1 ਸਾਲ ਦਾ ਐਕਸਪੀਰੀਅੰਸ ਨਾਲ ਤੁਸੀਂ PR ਦੀ ਫਾਈਲ ਪਾ ਸਕਦੇ ਹੋ। ਵੀ ਸਰਕਾਰ ਤੁਹਾਨੂੰ ਮੌਕੇ ਦਿੰਦੇ ਆ, ਤੁਸੀਂ ਮਲਟੀਪਲ PR ਦੇ ਆਪਸ਼ਨ ਟਾਰਗੇਟ ਕਰ ਸਕਦੇ ਹੋ, ਠੀਕ ਹੈ। ਸੋ ਇਹਦੇ ਵਿੱਚ ਗੈਡੇ ਜੋਬ ਆਫਰ 'ਤੇ ਜਾਵਾਂਗੇ ਅਤੇ ਇੱਥੇ ਤੁਹਾਨੂੰ ਦਿਖ ਜੂਗਾ ਆਹ ਸਾਰੀਆਂ 14 ਕਮਿਊਨਿਟੀ ਆ। ਸੋ ਓਨਟਾਰੀਓ ਦੇ ਤੁਹਾਨੂੰ ਨਾਰਥ ਵੇ ਮਿਲ ਗਿਆ, ਸਡਬਰੀ ਮਿਲ ਗਿਆ, ਸੂਸਨ ਮੈਰੀ ਮਿਲ ਗਿਆ, ਆਹ ਸਾਰੇ ਟਿਮਨਸ ਹੋ ਗਿਆ, ਸਡਬਰੀ ਹੋ ਗਿਆ, ਨਾਰਥ ਵੇ ਹੋ ਗਿਆ, ਸੂਸਨ ਮੈਰੀ, ਥੰਡਰ ਬੇ, ਹਾਂ ਆਹ ਸਾਰੀਆਂ ਹੈਗੀਆਂ ਜਿਹਨਾਂ ਦਾ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਇਹਨਾਂ ਦੇ ਵਿੱਚ ਇੰਪਲੋਇਰਸ ਨੂੰ ਟਾਰਗੇਟ ਕਰ ਸਕਦੇ ਹੋ ਅਤੇ PR ਲੈ ਸਕਦੇ ਹੋ। ਬਟ ਸੇਮ ਟਾਈਮ ਦੇ ਉੱਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਜੋਬ ਲੱਭ ਦਿਓ। ਸੇਮ ਟਾਈਮ ਦੇ ਉੱਤੇ ਆਪਾਂ ਨਹੀਂ ਕਹਿ ਸਕਦੇ ਕਿ ਭਾਈ ਮੇਰਾ PR ਦਾ ਕੁਛ ਨਹੀਂ ਹੋਣਾ। ਸੇਮ ਟਾਈਮ 'ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਯਾਰ ਮੇਰੀ ਪੜ੍ਹਾਈ ਆਹ ਸਟਰੀਮ ਦੇ ਮੇਰਾ ਕੁਛ ਨਹੀਂ ਬਣਨਾ। ਨਹੀਂ, ਤੁਸੀਂ ਇੰਡੀਆ ਤੋਂ ਬਾਹਰ ਵੀ ਕੀਤੀ, ਕੁਛ ਵੀ ਕੀਤੀ, ਹੁਣ ਆਪਾਂ ਨੂੰ ਪਤਾ PR ਇਸ ਟਾਈਮ ਜੰਗ ਦਾ ਮੈਦਾਨ ਬਣਿਆ ਪਿਆ। ਤਾਂ ਜਿੰਨਾ ਹੋ ਸਕੇ ਓਨੀ ਵਾਹ ਲਾਓ, ਜਿੰਨਾ ਹੋ ਸਕੇ ਓਨੇ ਵੱਧ ਐਫਰਟ ਪਾਓ ਕਿ ਭਾਈ ਮੇਰਾ ਬਣ ਜੇ ਕੁਛ। ਕਿਸੇ ਏਜੰਟ ਨੇ, ਕਿਸੇ ਤੇਰੇ ਮੇਰੇ ਵਰਗੇ ਨੇ, ਕਿਸੇ ਨੇ ਕਿਸੇ ਨੂੰ ਬਾਂਹ ਫੜ ਕੇ ਇੰਪਲੋਇਰ ਨਹੀਂ ਲੱਭ ਦੇਣਾ, ਕੰਮ ਨਹੀਂ ਕਰ ਲੈਣਾ ਤੁਹਾਡੇ ਲਈ ਭਾਈ ਇੰਪਲੋਇਰ ਨੇ ਗੱਲ ਨਹੀਂ ਕਰ ਲੈਣੀ ਤੁਹਾਡੇ ਲਈ, ਨਾ ਹੀ ਉਹਨੇ PR ਦੀ ਐਪਲੀਕੇਸ਼ਨ ਕੁਆਲੀਫਾਈ ਕਰਕੇ PR ਅਪਲਾਈ ਕਰ ਦੇਣੀ। ਉਹ ਐਫਰਟ ਤੁਹਾਡੇ ਨੇ, ਸੋਲਲੀ ਤੁਹਾਡੇ ਨੇ।
ਤਾਂ ਜ਼ਰੂਰ ਜਿੰਨਾ ਹੋ ਸਕੇ ਆਪਦੇ ਲਈ ਤੁਸੀਂ ਦਮ ਮਿਹਨਤ ਕਰਨੀ, ਦਮ ਮਾਰਨਾ, ਤਾਂ ਜ਼ਰੂਰ ਖੁਦ ਲਈ ਐਫਰਟ ਪਾਓ। ਪਰਮਾਤਮਾ ਤੁਹਾਨੂੰ ਰਾਹ ਦਿਖਾਵੇ, ਜਿੱਥੇ ਤੁਹਾਨੂੰ ਮੇਰੀ ਲੋੜ ਪੈਂਦੀ ਆ ਮੈਂ ਤੁਹਾਡੇ ਨਾਲ ਆ। ਬਟ ਆਪਾਂ ਆਹ ਚੀਜ਼ ਦਿਮਾਗ ਚੋਂ ਕੱਢ ਦਈਏ ਕਿ ਕੋਈ ਜੈਕ ਜਗਾੜ ਸ਼ਾਰਟਕਟ ਨਾਲ ਆਪਣੀ ਪੀਆਰ ਹੋ ਜੂਗੀ। ਇਸ ਟਾਈਮ ਪੀਆਰ ਦੇ ਨੰਬਰ ਥੋੜ੍ਹੇ ਆ, ਇੰਨੇ ਬੰਦੇ ਪੀਆਰ ਲੈਣ ਵਾਲੇ ਆ। ਸੋ ਜੇ ਤੁਸੀਂ ਲੈਣੀ ਚਾਹੁੰਦੇ ਹੋ ਇੰਨੇ ਕੁ ਪੀਆਰ ਨੰਬਰਾਂ 'ਚੋਂ ਪੀਆਰ ਆਪਣੀ, ਤਾਂ ਤੁਹਾਨੂੰ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਣੀ। ਆਹ ਕਲੈਰਿਟੀ ਰੱਖੋ ਉਹਦੇ ਦਿਮਾਗ ਦੇ ਵਿੱਚ, ਤਾਂ ਜ਼ਰੂਰ ਤੁਹਾਡਾ ਬਣ ਜਾਊਗਾ ਕੁਛ ਨਾ ਕੁਛ। ਹਿੰਮਤ ਨਾ ਹਾਰਿਓ, ਨਸ਼ਿਆਂ ਤੋਂ ਦੂਰ ਰਹੋ, ਸਾਰਿਆਂ ਦਾ ਬਣ ਜਾਊ ਕੁਛ ਨਾ ਕੁਛ। ਹਿੰਮਤ ਨਾ ਹਾਰੋ, ਬਸ ਆਪਾਂ ਜਿੱਤਾਂਗੇ, 100% ਜਿੱਤਾਂਗੇ। ਬਸ ਮਿਹਨਤ ਵੱਧ ਮਾਰਨੀ ਪੈਣੀ ਆਪਾਂ ਨੂੰ। ਪਹਿਲਾਂ ਚੀਜ਼ਾਂ ਸੌਖੀਆਂ ਸੀ, ਪ੍ਰੋਗਰਾਮ ਸੌਖੇ ਸੀ, ਹੁਣ ਰਿਕੁਆਇਰਮੈਂਟਾਂ ਔਖੀਆਂ, ਕੁਝ ਨੰਬਰ ਥੋੜ੍ਹੇ ਆ। ਤਾਂ ਆਪਾਂ ਉਸ ਹਿਸਾਬ ਨਾਲ ਮਾਈਂਡ ਪ੍ਰੀਪੇਅਰ ਰੱਖੀਏ ਕਿ ਪਰਮਿਟ 3 ਸਾਲ ਦੀ ਮਿਲਣਾ, ਤਾਂ ਉਹ 3 ਸਾਲਾਂ 'ਚ ਆਪਾਂ ਪੀਆਰ ਪਲਾਨ ਕਰਨੀ ਆ। ਓਕੇ, ਮਿਲਦੇ ਹਾਂ ਸ਼ੇਰੋ। ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ, ਤੁਹਾਨੂੰ ਜੋਬਾਂ ਦਵਾਵੇ, ਪੀਆਰ ਦਵਾਵੇ, ਹੱਸਦੇ ਵੱਸਦੇ ਰਹੋ।